respected principal, staff member and dear students, ਅੱਜ ਆਪਣਾ ਸਮਰ ਕੈਂਪ ਪਾਰਟ ਸੈਕੰਡ ਦਾ ਫਸਟ ਡੇ, ਜਿਸ ਦੇ ਅਧੀਨ ਮੈਂ ਤੁਹਾਨੂੰ ਫਿਜ਼ੀਕਲ ਫਿਟਨੈਸ ਦੇ ਅਧੀਨ ਅੱਜ ਕੁਝ ਨੈਕ ਦੀਆਂ ਐਕਸਰਸਾਈਜ਼ਾਂ ਬਾਰੇ ਦੱਸਾਂਗਾ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਵੀ ਜਿਹੜਾ ਆਪਣਾ ਬੈਠਣ ਦਾ ਤਰੀਕਾ ਹੈ ਉਹ ਸਿੱਧਾ ਇਸ ਤਰ੍ਹਾਂ ਹੈ, ਪਰ ਆਪਾਂ ਨੂੰ ਲਿਖਣ ਲੱਗਿਆਂ ਜਾਂ ਪੜ੍ਹਨ ਲੱਗਿਆਂ ਗਰਦਨ ਝੁਕਾਉਣੀ ਪੈਂਦੀ ਹੈ। ਕਈ ਬੱਚੇ ਇਸ ਤਰ੍ਹਾਂ ਦੇ ਜਿਹੜੇ 8-8 10-10 ਘੰਟੇ ਸਟੱਡੀ ਕਰਦੇ ਨੇ, ਜਾਂ ਕੁਝ ਬੱਚੇ ਇਸ ਤਰ੍ਹਾਂ ਵੀ ਨੇ ਜਿਹੜੇ ਵੱਡੇ ਕੰਪੀਟੀਸ਼ਨ ਦੀ ਤਿਆਰੀ ਕਰਦੇ ਨੇ, ਉਹ 15 ਤੋਂ ਲੈ ਕੇ 18 ਘੰਟੇ ਵੀ ਪੜ੍ਹਦੇ ਨੇ, ਜਿਸ ਕਰਕੇ ਉਹਨਾਂ ਨੂੰ ਗਰਦਨ ਝੁਕਾਉਣੀ ਪੈਂਦੀ ਹੈ। ਤਾਂ ਉਹਨਾਂ ਦੇ ਗਰਦਨ ਦੇ ਵਿੱਚ ਪੇਨ ਸ਼ੁਰੂ ਹੋ ਜਾਂਦੀ ਹੈ ਜਾਂ ਕਿਸੇ ਕਿਸਮ ਦੀ ਹੋਰ ਦਿੱਕਤ ਆ ਜਾਂਦੀ ਹੈ। ਤਾਂ ਆਪਾਂ ਨੇ ਇਸ ਨੂੰ ਪੋਰਸ਼ਨ ਨੂੰ ਆਪਣੇ ਜਿਹੜੀ ਸਪਾਈਨ ਹੈ ਇਹਨੂੰ ਰਿਲੈਕਸ ਕਰਨ ਵਾਸਤੇ ਕੁਝ ਹਲਕੀਆਂ ਐਕਸਰਸਾਈਜ਼ਾਂ ਨੇ, ਜਿਹੜੀਆਂ ਆਪਾਂ ਰੋਜ਼ਾਨਾ 10 ਤੋਂ 15 ਮਿੰਟ ਮੋਰਨਿੰਗ ਟਾਈਮ ਕਰ ਲਓ ਜਾਂ ਈਵਨਿੰਗ ਟਾਈਮ ਕਰ ਲਓ, ਕਰ ਸਕਦੇ ਹਾਂ। ਇਹ ਨੈਕ ਦੀਆਂ ਐਕਸਰਸਾਈਜ਼ਾਂ ਆਪਾਂ ਚੇਅਰ 'ਤੇ ਬੈਠ ਕੇ ਵੀ ਕਰ ਸਕਦੇ ਹਾਂ, ਜ਼ਮੀਨ 'ਤੇ ਬੈਠ ਕੇ ਵੀ ਕਰ ਸਕਦੇ ਹਾਂ, ਪਰ ਚੇਅਰ 'ਤੇ ਬੈਠ ਕੇ ਜਾਂ ਸਟੂਲ 'ਤੇ ਬੈਠ ਕੇ ਜ਼ਿਆਦਾ ਵਧੀਆ ਤਰੀਕੇ ਨਾਲ ਹੁੰਦੀਆਂ ਨੇ। ਹੁਣ ਇਹ ਐਕਸਰਸਾਈਜ਼ਾਂ ਮੈਂ ਸਟਾਰਟ ਕਰਨ ਲੱਗਿਆ। ਸਭ ਤੋਂ ਪਹਿਲਾਂ ਹਲਕੀ ਐਕਸਰਸਾਈਜ਼ ਹੈ, ਪੰਜੇ ਆਪਣੇ ਹੱਥ ਦੇ ਪੂਰੇ ਖੁੱਲ੍ਹਣੇ 15 ਤੋਂ 20 ਵਾਰ, 15 ਤੋਂ 20 ਵਾਰ ਇਸ ਤਰ੍ਹਾਂ ਕਰੋ। ਉਸ ਤੋਂ ਬਾਅਦ ਆਪਣਾ ਅੰਗੂਠਾ ਇਸ ਤਰ੍ਹਾਂ ਮੁੱਠੀਆਂ ਬੰਦ ਕਰੋ ਅਤੇ ਨੇੜੇ ਲਿਆ ਕੇ ਇਹਨਾਂ ਨੂੰ ਗੋਲ ਗੋਲ ਘੁਮਾਓ। ਇਸ ਤਰ੍ਹਾਂ ਗੋਲ ਗੋਲ ਘੁਮਾਉਂਦੇ 15 ਤੋਂ 20 ਵਾਰ ਘੁਮਾਉਂਦੇ ਜਾਓ, ਆਰਾਮ ਨਾਲ, ਕਾਹਲੀ ਨਹੀਂ ਕਰਨੀ। ਉਸ ਤੋਂ ਬਾਅਦ ਇਹਨੂੰ ਐਂਟੀ ਕਲੋਕਵਾਈਜ਼, ਇਹ ਵੀ 15 ਤੋਂ 20 ਵਾਰ ਘੁਮਾਉਣੇ। ਬੜੀ ਲਾਈਟ ਜੀ ਇਹ ਐਕਸਰਸਾਈਜ਼ ਹੈ। ਇਹ ਆਪਣੀ ਫਸਟ ਐਕਸਰਸਾਈਜ਼ ਹੋ ਗਈ। ਦੂਸਰੀ ਐਕਸਰਸਾਈਜ਼ ਹੈ ਬੇਟੇ ਆਪਣੀ ਇਸ ਤਰ੍ਹਾਂ, ਪਹਿਲਾਂ ਇਸ ਤਰ੍ਹਾਂ ਘੁਮਾਓ। ਇੱਕ ਧਿਆਨ ਰੱਖਣਾ, ਜਦੋਂ ਵੀ ਆਪਣੇ ਗਰਦਨ ਦੀਆਂ ਨੈਕ ਦੀਆਂ ਐਕਸਰਸਾਈਜ਼ਾਂ ਕਰਨੀਆਂ ਨੇ, ਕਾਹਲੀ ਨਹੀਂ ਕਰਨੀ, ਬੜੇ ਆਰਾਮ ਨਾਲ ਘੁਮਾਉਣੀਆਂ ਨੇ। ਪਹਿਲਾਂ ਇਸ ਤਰ੍ਹਾਂ ਕਲੋਕਵਾਈਜ਼ ਘੁਮਾਓ, ਫਿਰ ਐਂਟੀ ਕਲੋਕਵਾਈਜ਼। ਇਹ ਵੀ 15 ਤੋਂ 20 ਟਾਈਮ, 15 ਤੋਂ 20 ਵਾਰੀ ਇਸ ਤਰ੍ਹਾਂ ਕਰਦੇ ਜਾਣਾ। ਉਸ ਤੋਂ ਬਾਅਦ ਨੈਕਸਟ ਆਪਣੇ ਜਿਹੜੇ ਸ਼ੋਲਡਰ ਨੇ ਇਹਨੂੰ ਆਪਾਂ ਨੇ ਗੋਲ ਗੋਲ ਘੁਮਾਉਣਾ। ਇਹ ਵੀ ਐਕਸਰਸਾਈਜ਼ 15 ਤੋਂ 20 ਵਾਰੀ, ਪਹਿਲਾਂ ਸਿੱਧੇ ਕਲੋਕਵਾਈਜ਼, ਫਿਰ ਐਂਟੀ ਕਲੋਕਵਾਈਜ਼। ਸਲੋ ਕਰਨੀ ਹੈ, ਬਿਲਕੁਲ ਕਾਹਲੀ ਨਹੀਂ ਕਰਨੀ ਇਹਦੇ ਵਿੱਚ। ਉਸ ਤੋਂ ਬਾਅਦ ਬੇਟੇ ਨੈਕਸਟ ਦੋਨੇ ਹੱਥਾਂ ਨੂੰ ਆਪਣਾ ਇਸ ਤਰ੍ਹਾਂ ਫੜੋ, ਇਸ ਤਰ੍ਹਾਂ। ਇੱਕ ਪੋਰਸ਼ਨ 'ਚ ਆਪਾਂ ਨੇ ਘੱਟੋ ਘੱਟ 10 ਸੈਕਿੰਡ ਰਹਿਣਾ ਹੈ। 10 ਸੈਕਿੰਡ ਵਾਸਤੇ ਬੇਟੇ ਆਪਾਂ ਨੂੰ ਕਲੋਕ ਦੇਖਣ ਦੀ ਲੋੜ ਨਹੀਂ ਹੈ, ਸਿਰਫ ਆਪਾਂ ਸਲੋ ਮੋਸ਼ਨ 'ਚ ਕਾਊਂਟ ਕਰ ਸਕਦੇ ਹਾਂ। ਜਿਸ ਤਰ੍ਹਾਂ 1 2 3 4 5 6 7 8 9 10, 1 2 3 4 5 6 7 8 9 10, 1 2 3 4 5 6 7 8 9 10। ਇਸ ਤਰ੍ਹਾਂ ਇਹ 10 ਟਾਈਮਜ਼ ਇੱਧਰ, 10 ਟਾਈਮਜ਼ ਇੱਧਰ। ਉਸ ਤੋਂ ਬਾਅਦ ਬੇਟੇ ਹੈ ਆਪਣੀ ਇੱਕ ਇੱਕ ਹੱਥ ਨਾਲ ਇਸ ਤਰ੍ਹਾਂ ਪਿੱਛੇ, ਦੂਸਰਾ ਇਹ ਵੀ 10 ਟਾਈਮਜ਼, 10 ਟਾਈਮਜ਼ ਇੱਧਰ ਅਤੇ 10 ਟਾਈਮਜ਼ ਇੱਧਰ। ਇਸ ਤੋਂ ਬਾਅਦ ਨੈਕਸਟ ਟਾਈਮ ਇੱਕ ਸਾਈਡ, 10 ਟਾਈਮ ਦੂਜੀ ਸਾਈਡ। ਇਹ ਤੋਂ ਬਾਅਦ ਨੈਕਸਟ ਇੱਕ ਹਥੇਲੀ ਦੂਜੇ ਹਥੇਲੀ ਰੱਖੋ, ਸਲੋ
ਮੋਸ਼ਨ 'ਚ ਆਪਾਂ ਨੇ ਉੱਪਰ ਲੈ ਕੇ ਆਉਣੀ ਹੈ। ਇੱਥੇ ਤੱਕ ਆਪਾਂ ਨੇ 10 ਸੈਕਿੰਡ ਰਹਿਣਾ ਹੈ। 10 ਸੈਕਿੰਡ ਦਾ ਟਾਈਮ ਕਲੌਕ ਦੇਖਣ ਦੀ ਲੋੜ ਨਹੀਂ, ਤੁਸੀਂ 1 to 10 ਕਾਊਂਟ ਕਰ ਸਕਦੇ ਹੋ। 1 2 3 4 5 6 7 8 9 10। नीचे रह जाओ, नीचे स्लो लेके जाना है, फिर ऊपर 1 2 3 4 5 6 7 8 9 10। फिर ऊपर 1 2 3 4 5 6 7 8 9 10। ये भी बेटे 10 टाइम्स करनी है। इस तो बाद नैक्सट शोल्डर आप ऊपर चकने हैं। 1 2 3 4 5 6 7 8 9 10। 1 2 3 4 5 6 7 8 9 10। 1 2 3 4 5 6 7 8 9 10। ये भी 10 टाइम। उस तो बाद बेटे अपने शोल्डर आपने फोल्ड करने पिछे, इस तरह जब पिछे अपने हाथ फड़ लेना, फोल्ड करने 1 2 3 4 5 6 7 8 9 10। 1 2 3 4 5 6 7 8 9 10। ये भी 10 टाइम। उस तो बाद नैक्सट है 1 2 3 4 5 6 7 8 9 10। 1 2 3 4 5 6 7 8 9 10। 1 2 3 4 5 6 7 8 9 10। ये भी 10 टाइम। वो तो बाद नेक्स्ट है एक्सरसाइज। अपने हाथ ना पुश अंदर करना, पर गर्दन अपनी इस तरह नहीं होनी चाहिए, अपने इधरली साइड पुश करना है। ये भी 10 टाइम। 1 2 3 4 5 6 7 8 9 10। 1 2 3 4 5 6 7 8 9 10। 1 2 3 4 5 6 7 8 9 10। 1 2 3 4 5 6 7 8 9 10। 10 टाइम रेडी। उस तो बाद इस तरह ग्रिप बना लेना अपना, इस तरह पिछे ਨੂੰ पुश करना, पर गर्दन पिछे नहीं जान देनी। 1 2 3 4 5 6 7 8 9 10। लेग्स 1 2 3 4 5 6 7 8 9 10। रिलैक्स। इसी तरह 10 टाइम्स करना। इस तरह फेक रखना तो पीछे इधर ध्यान। 1 2 3 4 5 6 7 8 9 10। 1 2 3 4 5 6 7 8 9 10। ये भी बेटे 10 टाइम। उस तो बाद है ਆਪਾਂ ਨੇ ਆਪਣੀ ਨੈਕ ਨੂੰ, ਗਰਦਨ ਨੂੰ ਗੋਲ ਗੋਲ ਘੁਮਾਉਣਾ, ਬਿਲਕੁਲ ਸਲੋ। ऐसे तो बड़ा 10 टाइम्स घुमाना है। फिर एंटी क्लॉकवाइज भी 10 टाइम।
ये बेटे 10 टाइम्स हो गया। उस तो बाद नैक्सट 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 times है 10 times और वन नीचे 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 10 टाइम गद्दी 10 टाइम। उस तो बाद बेटे अपनी गर्दन सीधी रखनी है, बॉडी का पोर्शन सीधा रखना है। 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10 1 2 3 4 5 6 7 8 9 10। तो प्यारे बच्चों, ये जिहियां हल्कियां एक्सरसाइजां नैक दियां जिहड़ियां आपां रोजाना कर सकते हैं तां जो जिहड़ी अपनी स्पाइन वाला पोर्शन है ये रिलैक्स रहे। जे ये पेन शुरू हो जाए तो बहुत ज़्यादा अगे जाके दिक्कत करती है। जिन्होंने पेन है उन्होंने पुछ के देखो, ना तो चंगी तरह बैठ होंदा ना चंगी तरह सौ सकता। तो स्पाइन को रिलैक्स करने वास्ते ये एक्सरसाइजां ने जो नैक्सट फिजिकल फिटनेस का सैशन आएगा वो तुहानूं मैं हल्कियां एक्सरसाइजां बैक पेन वास्ते दसांगा। नैक दी जिन्हों जां बैक पेन की जिन्होंने दिक्कत है वो भी कर सकते हैं, तो जिन्होंने नहीं दिक्कत है वो भी कर सकते हैं, तां जो अगे तो ना हो। थैंक यू। हाँ भी प्यारे बच्चों, मेरे वालों सारिਆਂ ਨੂੰ सत श्री अकाल। ਅਸੀਂ प्रिंसीपल सर ਦੀਆਂ ਹਦਾਇਤਾਂ ਅਨੁਸਾਰ ਹੁਣ ਸਮਰ ਕੈਂਪ ਪਾਰਟ 2 ਸ਼ੁਰੂ ਕਰ ਰਹੇ ਹਾਂ ਤੇ ਅੱਜ ਸਮਰ ਕੈਂਪ ਪਾਰਟ 2 ਦਾ ਜਿਹੜਾ ਫਸਟ ਡੇ ਆ, ਪਹਿਲਾ ਦਿਨ, ਤੇ ਅੱਜ ਦਾ ਆਪਣਾ ਟੌਪਿਕ ਆ ਸੌਂਗ ਰਾਈਟਿੰਗ, ਯਾਨੀ ਕਿ ਗੀਤ ਲਿਖਣਾ। ਸੋ ਬੱਚਿਓ, ਜਿਹੜਾ ਸੌਂਗ ਰਾਈਟਿੰਗ ਆ, ਗੀਤ ਲਿਖਣਾ ਹੈ, ਇਹ ਵੀ ਇੱਕ ਕਲਾ ਹੈ ਤੇ ਇਹ ਕਲਾ ਜਿਹੜੀ ਪ੍ਰੈਕਟਿਸ ਨਾਲ ਆਉਂਦੀ ਹੈ। ਤੇ ਇਹਦੇ ਬਾਰੇ ਆਪਾਂ ਕੁਝ ਗੱਲਾਂ ਅੱਜ ਸਾਂਝੇ ਕਰਾਂਗੇ। ਤੁਸੀਂ ਜਿਵੇਂ ਜਿਵੇਂ ਮੈਂ ਦੱਸੂਗਾ ਉਹਨਾਂ ਗੱਲਾਂ ਨੂੰ ਧਿਆਨ ਨਾਲ ਸੁਣ ਕੇ ਘਰੇ ਜਿਹੜਾ ਇਹ ਗੀਤ ਲਿਖਣ ਦੀ ਪ੍ਰੈਕਟਿਸ ਕਰਨੀ ਆ ਤੇ ਆਪਣੇ ਸੋਹਣੇ ਸੋਹਣੇ ਜੋ ਤੁਸੀਂ ਗੀਤ ਲਿਖੋਗੇ ਉਹ ਮੈਨੂੰ ਮੇਰੇ WhatsApp ਨੰਬਰ ਤੇ ਭੇਜਣੇ ਨੇ, ਤਾਂ ਕਿ ਆਪਾਂ ਉਹਨਾਂ ਦੇ ਵਿੱਚੋਂ ਵਧੀਆ ਵਧੀਆ ਗੀਤ ਸਿਲੈਕਟ ਕਰਕੇ ਉਹਨਾਂ ਦੇ ਵਿੱਚੋਂ ਆਪਾਂ ਬੱਚਿਆਂ ਨੂੰ ਪ੍ਰਾਈਜ਼ ਦੇ ਸਕੀਏ। ਤਾਂ ਆਪਾਂ ਹੁਣ ਗੱਲ ਕਰਾਂਗੇ ਗੀਤ ਲਿਖਣ ਬਾਰੇ, ਸੌਂਗ ਰਾਈਟਿੰਗ ਬਾਰੇ। ਤਾਂ ਸਭ ਤੋਂ ਪਹਿਲਾਂ ਸੌਂਗ ਰਾਈਟਿੰਗ ਦੇ ਵਿੱਚ ਬੱਚਿਓ ਜਿਹੜਾ ਸੌਂਗ ਦਾ ਗੀਤਕਾਰ ਨੇ ਜੋ ਦਿਮਾਗ ਦੇ ਵਿੱਚ ਆਈਡੀਆ ਲੈਣਾ ਹੁੰਦਾ ਉਹ ਹੁੰਦਾ ਸੌਂਗ ਦਾ ਵਿਸ਼ਾ। ਤਾਂ ਗੀਤਕਾਰ ਨੂੰ ਕਿਹੋ ਜਿਹਾ ਵਿਸ਼ਾ ਲੈਣਾ ਚਾਹੀਦਾ ਹੈ ਜਾਂ ਕਿਵੇਂ ਦਾ ਨਹੀਂ, ਤਾਂ ਇਹ ਕੋਈ ਜ਼ਰੂਰੀ ਨਹੀਂ ਕਿ ਜਿਵੇਂ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਭੜਕਾਊ ਗੀਤ ਚੱਲ ਰਹੇ ਆ ਜਾਂ ਹਥਿਆਰਾਂ ਵਾਲੇ ਗੀਤ ਚੱਲ ਰਹੇ ਆ, ਇਹ ਕੋਈ ਜ਼ਰੂਰੀ ਨਹੀਂ ਕਿ ਇਹੀ ਗੀਤ ਹਿੱਟ ਹੋਣਗੇ ਜਾਂ ਇਹੀ ਵਿਸ਼ਾ ਆਪਾਂ ਲੈ ਸਕਦੇ ਹਾਂ। ਕਈ ਪੁਰਾਣੇ ਗੀਤ, ਚਾਹੇ ਵਿਸ਼ਾ ਆਪਾਂ ਛੋਟਾ ਲੈ ਲਈਏ, ਕੋਈ ਪੁਰਾਣਾ ਵੀ ਵਿਸ਼ਾ ਲੈ ਲਈਏ, ਪਰ ਗੀਤ ਵਧੀਆ ਲਿਖਿਆ ਹੋਣਾ ਅਤੇ ਗਾਇਆ ਹੋਣਾ ਜ਼ਰੂਰੀ ਆ। ਜਿਵੇਂ ਆਪਾਂ ਉਦਾਹਰਨ ਲੈ ਸਕਦੇ ਹਾਂ ਕਿ ਕੁਲਦੀਪ ਮਾਣਕ ਜੀ ਨੇ ਬਹੁਤ ਦੇਰ ਪਹਿਲਾਂ ਜਿਹੜਾ ਮਾਂ ਦਾ ਗੀਤ ਲਿਖਿਆ ਸੀ ਤੇ ਹੁਣ ਤੱਕ ਵੀ ਉਹ ਹਿੱਟ ਚੱਲਦਾ ਆ ਰਿਹਾ। ਕਿਉਂਕਿ ਉਹ ਗੀਤ ਬਹੁਤ ਵਧੀਆ ਲਿਖਿਆ ਹੋਇਆ ਤੇ ਬਹੁਤ ਸੋਹਣਾ ਗਾਇਆ ਹੋਇਆ ਸੀ। ਤਾਂ ਇਹ ਗੱਲ ਸੀ ਵਿਸ਼ੇ ਦੀ। ਤਾਂ ਵਿਸ਼ਾ ਆਪਾਂ ਕੋਈ ਵੀ ਲੈ ਸਕਦੇ ਹਾਂ ਜਿਹਦੇ ਵਿੱਚ ਕੋਈ ਭਾਵਨਾਤਮਕ ਵਿਸ਼ਾ ਹੋ ਸਕਦਾ, ਇਮੋਸ਼ਨਲ ਵਿਸ਼ਾ ਹੋ ਸਕਦਾ ਹੈ, ਜਿਹਦੇ ਵਿੱਚ ਮਾਂ ਦਾ ਪਿਆਰ, ਭੈਣ ਦਾ ਪਿਆਰ, ਮਾਂ ਬਾਪ ਅਤੇ ਸਾਰਾ ਜਾਂ ਹੋਰ ਪਰਿਵਾਰ ਦਾ
ਪਿਆਰ ਜਾਂ ਸਾਡੀ ਭਾਈਚਾਰਕ ਸਾਂਝ ਜਾਂ ਪਿੰਡਾਂ ਦਾ ਮਾਹੌਲ ਜਾਂ ਸਾਡਾ ਪੰਜਾਬੀ ਸੱਭਿਆਚਾਰ। ਇਸ ਤੋਂ ਬਿਨਾਂ ਜੋ ਸਮਾਜਿਕ ਅੱਜ ਕੱਲ੍ਹ ਵਿਸ਼ੇ ਚੱਲ ਰਹੇ ਆ ਜਿਨ੍ਹਾਂ ਦੇ ਵਿੱਚ ਸਮਾਜਿਕ ਕੁਰੀਤੀਆਂ ਆ ਗਈਆਂ, ਜਾਂ ਦਹੇਜ ਦੀ ਸਮੱਸਿਆ ਆ ਗਈ, ਨਸ਼ੇ ਦੀ ਸਮੱਸਿਆ ਆ ਗਈ, ਜਾਂ ਵਿਦੇਸ਼ਾਂ ਵੱਲ ਜਾਣਾ ਬੱਚਿਆਂ ਦਾ, ਤੇ ਜਾਂ ਕੋਈ ਰਾਜਨੀਤਿਕ ਸਮੱਸਿਆ ਆ ਗਈਆਂ, ਕੋਈ ਵੀ ਵਿਸ਼ਾ ਆਪਾਂ ਵਧੀਆ ਗੀਤ ਲਈ ਲੈ ਸਕਦੇ ਹਾਂ। ਸਾਨੂੰ ਉਸ ਵਿਸ਼ੇ ਦੀ ਥੋੜ੍ਹੀ ਜਿਹੀ ਵਧੀਆ ਸਮਝ ਹੋਣੀ ਜ਼ਰੂਰੀ ਆ। ਤੇ ਵਿਸ਼ਾ ਚੁਣਨ ਤੋਂ ਬਾਅਦ ਦੂਸਰੀ ਗੱਲ ਜਿਹੜੀ ਇੱਕ ਵਧੀਆ ਗੀਤ ਲਈ ਹੋਣੀ ਚਾਹੀਦੀ ਆ, ਉਹ ਹੈਗਾ ਕਿ ਸਾਨੂੰ ਗੀਤ ਦਾ ਜਿਹੜਾ ਥੋੜ੍ਹਾ ਜਿਹਾ ਕਹਿ ਲਓ ਸਟਰਕਚਰ ਜਾਂ ਉਹਦੀ ਰੂਪ ਰੇਖਾ ਪਤਾ ਹੋਣੀ ਚਾਹੀਦੀ ਹੈ। ਗੀਤ ਲਿਖਣ ਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਗੀਤ ਦੇ ਦੋ ਹਿੱਸੇ ਹੁੰਦੇ ਆਮ ਤੌਰ 'ਤੇ ਮੰਨੇ ਜਾਂਦੇ ਆ, ਇੱਕ ਸਥਾਈ ਤੇ ਇੱਕ ਅੰਤਰਾ। ਜਿਹੜਾ ਗੀਤ ਦਾ ਸਥਾਈ ਹੁੰਦਾ ਹੈ ਉਹ ਗੀਤ ਦੇ ਵਿੱਚ ਹਰੇਕ ਅੰਤਰੇ ਦੀਆਂ ਲਾਈਨਾਂ ਤੋਂ ਬਾਅਦ ਸਥਾਈ ਜਿਹੜਾ ਉਹ ਵਾਰ-ਵਾਰ ਆਉਂਦਾ ਹੈ, ਤੇ ਉਹ ਸਥਾਈ ਜਿਹੜਾ ਹੋਣਾ ਚਾਹੀਦਾ ਬਹੁਤ ਹੀ ਪ੍ਰਭਾਵਸ਼ਾਲੀ, ਬਹੁਤ ਹੀ ਸੋਹਣੇ ਸ਼ਬਦਾਂ ਵਾਲਾ ਤੇ ਪ੍ਰਭਾਵਸ਼ਾਲੀ ਹੋਣਾ ਚਾਹੀਦਾ, ਕਿਉਂਕਿ ਸਾਰੇ ਗੀਤ ਦੇ ਵਿੱਚ ਉਹੀ ਵਾਰ-ਵਾਰ ਆਉਣਾ ਹੈ ਤੇ ਲੋਕਾਂ ਦੀ ਜ਼ੁਬਾਨ ਦੇ ਉੱਤੇ ਉਹੀ ਚੜ੍ਹਨਾ ਹੁੰਦਾ। ਤਾਂ ਸਥਾਈ ਅਤੇ ਅੰਤਰੇ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਗੀਤ ਦਾ ਸਟਰਕਚਰ ਤੁਸੀਂ ਸਮਝ ਗਏ। ਤੇ ਉਸ ਤੋਂ ਬਾਅਦ ਗੀਤ ਨੇ ਜਿਹੜੇ, ਇਹਨਾਂ ਦੇ ਵਿੱਚ ਕਈ ਗੀਤਕਾਰ ਜਿਹੜੇ ਗੀਤ ਲਿਖਣ ਤੋਂ ਪਹਿਲਾਂ ਛੰਦਾਬੰਦੀ ਜਿਹੜੀ ਆ ਉਹ ਸਿੱਖਦੇ ਆ, ਤੇ ਕੁਝ ਟਾਈਮ ਛੰਦਾਬੰਦੀ ਸਿੱਖਣ ਤੋਂ ਬਾਅਦ ਬਹੁਤ ਸੋਹਣੇ ਸੋਹਣੇ ਗੀਤ ਲਿਖੇ ਜਾ ਸਕਦੇ ਆ। ਕੁਝ ਆਪਣੇ ਪੰਜਾਬੀ ਦੇ ਵਿੱਚ ਕੁਝ ਜਿਹੜੇ ਛੰਦ ਨੇ ਉਹ ਬਹੁਤ ਪ੍ਰਸਿੱਧ ਨੇ, ਠੀਕ ਹੈ, ਪੁਰਾਣੇ ਛੰਦ ਨੇ ਜੋ ਜਿਵੇਂ ਕੋਰੜਾ ਹੈ, ਕਵਿਤ ਹੈ, ਜਾਂ ਬੈਤ ਪੁਰਾਣਾ ਛੰਦ ਸੀ। ਇਸ ਤਰ੍ਹਾਂ ਦੇ ਕਈ ਛੰਦ ਨੇ ਜਿਹੜੇ ਥੋੜ੍ਹੇ ਬਹੁਤੇ ਸਿੱਖ ਲੈਣੇ ਚਾਹੀਦੇ ਗੀਤ ਲਿਖਣ ਤੋਂ ਪਹਿਲਾਂ, ਉਹ ਸਾਡੇ ਲਈ ਬਹੁਤ ਸਹਾਇਤਾ ਕਰ ਸਕਦੇ ਨੇ। ਤਾਂ ਛੰਦਬੰਦੀ ਜਿਹੜੀ ਗੀਤ ਲਿਖਣ ਦੇ ਵਿੱਚ ਕਿਵੇਂ ਸਹਾਇਤਾ ਕਰ ਸਕਦੀ ਆ, ਉਹਦਾ ਮੈਂ ਤੁਹਾਨੂੰ ਇੱਕ ਉਦਾਹਰਨ ਦਊਂਗਾ। ਤੇ ਮੈਂ ਉਦਾਹਰਨ ਦੇਣ ਲਈ ਇੱਕ ਉਹੀ ਗੀਤ ਲਿਖਿਆ ਸੀ ਕੁਲਦੀਪ ਮਾਣਕ ਜੀ ਦਾ ਮਾਂ ਗੀਤ, ਉਹਦੀ ਮੈਂ ਉਦਾਹਰਨ ਦਊਂਗਾ। ਦੇਖੋ ਇਹ ਗੀਤ ਸ਼ੁਰੂ ਹੁੰਦਾ ਹੈ ਕਿ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ, ਮਾਂ ਤਾਂ ਠੰਡੜੀ ਛਾਂ ਦੁਨੀਆ ਵਾਲਿਓ। ਇਹ ਗੀਤ ਜਿਹੜਾ ਇਹ ਗੀਤ ਦੇ ਵਿੱਚ ਕਵੀ ਨੇ ਹਰੇਕ ਲਾਈਨ ਦੇ ਵਿੱਚ ਜੋ ਕਹਿ ਲਓ ਕਿ ਅੱਖਰ ਨੇ ਜਿਹੜੇ ਉਹ ਗਿਣ ਕੇ ਲੱਗਦਾ ਜਿਵੇਂ ਪਾਏ ਹੁੰਦੇ ਨੇ। ਤੇ ਹਾਂ ਬੱਚਿਓ, ਆਪਾਂ ਗੱਲ ਕਰ ਰਹੇ ਸੀ ਗੀਤ ਦੀ ਰੂਪ ਰੇਖਾ ਦੀ, ਤੇ ਗੀਤਾਂ ਦੇ ਵਿੱਚ ਜੋ ਮੈਂ ਤੁਹਾਨੂੰ ਕੁਲਦੀਪ ਮਾਣਕ ਜੀ ਦਾ ਪ੍ਰਸਿੱਧ ਗੀਤ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ, ਇਸ ਦੀ ਉਦਾਹਰਨ ਦੇ ਰਿਹਾ ਸੀਗਾ। ਤੇ ਇਸ ਦੇ ਵਿੱਚ ਲੇਖਕ ਨੇ ਦੇਖੋ ਜੋ ਰੂਪ ਰੇਖਾ ਤਿਆਰ ਕੀਤੀ ਹੈ, ਇਸ ਦੇ ਵਿੱਚ ਦੇਖੋ ਇਹ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ, ਮਾਂ ਤਾਂ ਠੰਡੜੀ ਛਾਂ ਦੁਨੀਆ ਵਾਲਿਓ, ਇਹਨੂੰ ਆਪਾਂ ਸਥਾਈ ਕਹਿ ਸਕਦੇ ਹਾਂ। ਇਹ ਲਾਈਨਾਂ ਜਿਹੜੀਆਂ ਵਾਰ-ਵਾਰ ਗੀਤ ਦੇ ਵਿੱਚ ਆਉਣਗੀਆਂ। ਉਸ ਤੋਂ ਬਾਅਦ ਦੋ ਲਾਈਨਾਂ ਦਾ ਅੰਤਰਾ ਉਹਨਾਂ ਨੇ ਬਣਾਇਆ, ਫਿਰ ਸਥਾਈ ਆਊਗੀ, ਫਿਰ ਅੰਤਰਾ, ਫਿਰ ਸਥਾਈ। ਤੇ ਇਹਦੇ ਵਿੱਚ ਕਵੀ ਨੇ ਕੀ ਕੀਤਾ ਕਿ ਹਰੇਕ ਲਾਈਨ ਦੇ ਵਿੱਚ ਜਿਹੜਾ ਅੱਖਰ ਨੇ ਜਿਵੇਂ ਗਿਣ ਕੇ ਪਾਏ ਹੁੰਦੇ ਆ, ਤੇ ਤੁਸੀਂ ਆਪ ਵੀ ਅੱਖਰ ਗਿਣ ਕੇ ਦੇਖ ਸਕਦੇ ਹੋ। ਜ਼ਿਆਦਾਤਰ ਲਾਈਨਾਂ ਦੇ ਵਿੱਚ ਕਹਿ ਲਓ 13 ਅੱਖਰ ਜਾਂ 13 ਵਰਨ ਜਿਹੜੇ ਇੱਕ ਲਾਈਨ ਦੇ ਵਿੱਚ ਆ ਰਹੇ ਨੇ। ਕਿਸੇ ਲਾਈਨ ਦੇ ਵਿੱਚ 12 ਜਾਂ 11 ਵੀ ਨੇ। ਉਹ ਕਵੀ ਜਿਹੜਾ ਗਾਇਕ ਹੁੰਦਾ, ਜੇ ਕਿਤੇ ਅੱਖਰ ਜਾਂ ਵਰਨ ਇੱਕ ਦੋ ਘੱਟਦੇ ਹੁੰਦੇ ਨੇ ਤਾਂ ਉਹ ਹੇਕ ਵਗੈਰਾ ਲਾ ਕੇ ਉਹ ਸੁਰ ਜਿਹੜਾ ਉਹ ਪੂਰਾ ਕਰ ਲੈਂਦੇ ਨੇ। ਪਰ ਇਹ ਗੀਤ ਜਿਹੜਾ ਬਹੁਤ ਸੋਹਣਾ ਲਿਖਿਆ ਹੋਇਆ ਹੈ, ਤੇ ਜਿਵੇਂ ਇੱਕ ਲਾਈਨ ਦੇ ਵਿੱਚ 13 ਵਰਨ ਨੇ, ਤਾਂ ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਗੀਤ ਜਿਹੜਾ ਪੁਰਾਣੇ ਕੋਰੜਾ ਛੰਦ ਦੇ ਵਿੱਚ ਲਿਖਿਆ ਹੋਇਆ। ਇਸ ਤਰ੍ਹਾਂ ਦਾ ਇੱਕ ਪੁਰਾਣਾ ਕੋਰੜਾ ਛੰਦ ਦੇ ਵਿੱਚ ਲਿਖਿਆ ਹੋਇਆ ਗੀਤ ਧਨੀ ਰਾਮ ਚਾਤਰਿਕ ਜੀ ਦਾ ਮਿਲਦਾ ਹੈ, ਮਾਰਦਾ ਦੁਮਾਮੇ ਜੱਟ ਮੇਲੇ ਆ ਗਿਆ, ਜਿਹੜਾ ਕਿ ਗਾਇਕ ਰਣਜੀਤ ਬਾਵਾ ਦੁਆਰਾ ਵੀ ਗਾਇਆ ਗਿਆ। ਤਾਂ ਇਹ ਜਿਹੜਾ ਗੀਤ ਆਪਾਂ ਕਹਿ ਸਕਦੇ ਹਾਂ ਕਿ ਕੋਰੜਾ ਛੰਦ ਤੋਂ ਪ੍ਰੇਰਿਤ ਹੋ ਕੇ ਲਿਖਿਆ ਗਿਆ। ਤਾਂ ਇਸ ਦਾ ਇਹ ਸਟਰਕਚਰ ਸਾਰਾ ਗੀਤ ਦੇ ਵਿੱਚ ਉਵੇਂ ਹੀ ਰਹਿੰਦਾ ਹੈ। ਦੂਸਰੀ ਗੱਲ ਗੀਤ ਦੇ ਵਿੱਚ ਧਿਆਨ ਦੇਣ ਯੋਗ ਇਹ ਹੁੰਦੀ ਆ ਕਿ ਗੀਤ ਦੇ ਵਿੱਚ ਸਥਾਈ ਦੇ ਵਿੱਚ ਵੀ ਤੇ ਅੰਤਰਾ ਸਥਾਈ ਦੇ ਵਿੱਚ ਵੀ ਕਾਫੀਆ ਤੇ ਰਦੀਫ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਕਾਫੀਆ ਤੇ ਰਦੀਫ ਜਿਹੜੇ ਉਰਦੂ ਫਾਰਸੀ ਦੇ ਸ਼ਬਦ ਨੇ, ਇਹਨਾਂ ਦਾ ਅਰਥ ਕੀ ਹੁੰਦਾ ਹੈ ਕਿ ਕਿਸੇ ਵੀ ਗੀਤ ਦੇ ਵਿੱਚ ਅੰਤਲੇ ਜੋ ਸ਼ਬਦ ਨੇ, ਐਂਡ ਦੇ ਵਿੱਚ ਜਿਹੜੇ ਸ਼ਬਦ ਆਉਂਦੇ ਨੇ, ਉਹ ਸ਼ਬਦ ਨੇ ਜਿਹੜੇ ਉਹਨਾਂ ਦੀਆਂ ਸੁਰਾਂ ਆਪਸ ਦੇ ਵਿੱਚ ਮਿਲਣੀਆਂ ਚਾਹੀਦੀਆਂ ਨੇ। ਉਹਨਾਂ ਦਾ ਸੁਰਾ ਜਦੋਂ ਉਹਨਾਂ ਦੀ ਆਪਸ ਦੇ ਵਿੱਚ ਪਹਿਲੀ ਤੇ ਦੂਜੀ ਲਾਈਨ ਦੀ ਐਂਡ ਵਾਲੀ ਸੁਰ ਮਿਲ ਗਈ ਤਾਂ ਉਹਨੂੰ ਅਸੀਂ ਕਾਫੀਆ ਰਦੀਫ ਕਹਿੰਦੇ ਆ। ਕਾਫੀਆ ਤੇ ਰਦੀਫ ਦੋ ਅੱਖਰ ਨੇ। ਜਿਹੜਾ ਰਦੀਫ ਹੁੰਦਾ ਉਹ ਸਭ ਤੋਂ ਲਾਸਟ ਵਾਲਾ ਅੱਖਰ ਹੁੰਦਾ ਹੈ, ਜਿਹੜਾ ਕਾਫੀਆ ਹੁੰਦਾ ਉਸ ਤੋਂ ਪਹਿਲਾਂ ਵਾਲਾ ਅੱਖਰ ਹੁੰਦਾ। ਜਿਹੜਾ ਕਾਫੀਆ ਹੁੰਦਾ ਉਹ ਸਾਰੇ ਦਾ ਸਾਰਾ ਮਿਲਣਾ ਜ਼ਰੂਰੀ ਨਹੀਂ ਹੁੰਦਾ ਦੂਸਰੀ ਲਾਈਨ ਨਾਲ, ਪਰ ਰਦੀਫ ਦਾ ਮਿਲਣਾ ਜ਼ਰੂਰੀ ਹੁੰਦਾ। ਕਾਫੀਆ ਕਈ ਵਾਰੀ ਵੱਡਾ ਅੱਖਰ ਹੋਵੇ ਤਾਂ ਉਹ ਕਾਫੀਏ ਦੇ ਵਿੱਚ ਵੱਡੇ ਅੱਖਰ ਦੇ ਵਿੱਚ
ਵਿੱਚੋਂ ਜੇ ਥੋੜੀ ਬਹੁਤੀ ਸੁਰ ਵੀ ਮਿਲ ਜਾਵੇ ਤਾਂ ਉਹ ਇੱਕ ਵਧੀਆ ਗੀਤ ਮੰਨਿਆ ਜਾ ਸਕਦਾ। ਤੇ ਹੁਣ ਆਪਾਂ ਇਹਦੇ ਵਿੱਚ ਦੇਖਾਂਗੇ ਸਟਰਕਚਰ ਦੇ ਵਿੱਚ ਗੀਤ ਦੇ ਵਿੱਚ ਕਿ ਕਾਫੀਆ ਰਦੀਫ ਕਿਵੇਂ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ ਗੀਤਕਾਰ ਨੇ। ਦੇਖੋ ਉਸਨੇ ਲਿਖਿਆ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਮਾਂ ਤਾਂ ਠੰਡੜੀ ਛਾਂ ਦੁਨੀਆ ਵਾਲਿਓ। ਤੇ ਉਸਨੇ ਦੇਖੋ ਇੱਥੇ ਮਾਂ ਤੇ ਛਾਂ ਜਿਹੜਾ ਇਹਨੂੰ ਕਾਫੀਆ ਵਰਤਿਆ ਤੇ ਰਦੀਫ ਉਹ ਦੁਨੀਆ ਵਾਲਿਓ ਉਹ ਦੁਨੀਆ ਵਾਲੇ ਕਾਫੀ ਵੱਡਾ ਰਦੀਫ ਵਰਤਿਆ। ਕੋਈ ਗੀਤ ਦੇ ਵਿੱਚ ਹੀ ਵੱਡਾ ਰਦੀਫ ਜਿਹੜਾ ਉਹ ਵਰਤਿਆ ਜਾਂਦਾ। ਤੇ ਉਸ ਤੋਂ ਬਾਅਦ ਦੂਸਰੇ ਪਹਿਰੇ ਦੇ ਵਿੱਚ ਵੀ ਐਵੇਂ ਦੇਖੋ ਮਾਂ ਬਿਨਾਂ ਨਾ ਕੋਈ ਲਾਡ ਲਡਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ। ਤੇ ਜੋ ਲਡਾਉਂਦਾ ਕਰਾਉਂਦਾ ਇਹ ਵੀ ਉਹਨੇ ਆਪਣੇ ਵੱਲੋਂ ਰਦੀਫ ਵਰਤਿਆ, ਲਡਾਉਂਦਾ ਕਰਾਉਂਦਾ। ਹੁਣ ਇਹ ਲਡਾਉਂਦਾ ਤੇ ਕਰਾਉਂਦਾ ਦੋਨੋਂ ਅੱਖਰ ਜਿਹੜੇ ਸੇਮ ਨਹੀਂ ਹੈਗੇ, ਪਰ ਇਹਨਾਂ ਦੇ ਵਿੱਚ ਪਿੱਛੇ ਆਉਂਦਾ ਜਿਹੜਾ ਆ ਰਿਹਾ ਹੈ ਉਹ ਜਿਹੜਾ ਸੁਰ ਮਿਲ ਰਿਹਾ। ਇਸ ਤਰ੍ਹਾਂ ਤੀਜੀ ਲਾਈਨ ਦੇ ਵਿੱਚ ਜਿਹੜਾ ਤੀਜੀ ਲਾਈਨ ਦਾ ਆਖਰੀ ਰਦੀਫ ਹੋਊਗਾ, ਕਾਫੀਆ ਰਦੀਫ ਹੋਊਗਾ, ਉਹ ਸਥਾਈ ਦੇ ਨਾਲ ਮਿਲਣਾ ਚਾਹੀਦਾ। ਤੀਸਰੀ ਲਾਈਨ ਦੇ ਵਿੱਚ ਹੈ ਖੋਹ ਲੈਂਦੇ ਟੁੱਕ ਕਾਂ ਦੁਨੀਆ ਵਾਲਿਓ। ਤਾਂ ਇਹਦੇ ਵਿੱਚ ਉਹੀ ਦੇਖੋ ਉਹ ਦੁਨੀਆ ਵਾਲੇ ਆਪਣੇ ਦੱਸਿਆ ਸੀ ਜਿਵੇਂ ਜਿਹੜਾ ਇਹ ਰਦੀਫ ਆ ਚਾਹੇ ਵੱਡਾ ਰਦੀਫ ਆ ਉਹਦੇ ਨਾਲ ਉਹੀ ਮਿਲੂਗਾ, ਸਾਰੇ ਪਹਿਰਿਆਂ ਦੇ ਵਿੱਚ ਐਵੇਂ ਮਿਲੂਗਾ। ਤਾਂ ਇਸ ਤਰ੍ਹਾਂ ਇਹ ਗੀਤ ਦਾ ਇੱਕ ਸਟਰਕਚਰ ਹੁੰਦਾ ਹੈ, ਠੀਕ ਹੈ ਨਾ। ਤੇ ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਗੀਤਕਾਰ ਨੇ ਜਿਹੜੇ ਗੀਤ ਲਿਖਦੇ ਨੇ, ਜੇ ਕਾਫੀਆ ਰਦੀਫ ਜਿਹੜਾ ਉਹ ਜਾਂ ਤੁਕਾਂ ਦਾ ਅੰਤ ਕਹਿ ਲਓ, ਜੇ ਤੁਕਾਂਤ ਮੇਲ ਨਹੀਂ ਹੁੰਦਾ, ਤੁਕਾਂਤ ਮੇਲ ਜਾਣੀ ਤੁਕਾਂ ਦਾ ਅੰਤ ਦਾ ਮੇਲ ਨਹੀਂ ਹੁੰਦਾ, ਉਹਨਾਂ ਦੇ ਸੁਰ ਨਹੀਂ ਮਿਲਦੇ, ਤਾਂ ਗੀਤ ਦੇ ਵਿੱਚ ਕਹਿ ਲਓ ਕਿ ਰਿਦਮ ਨਹੀਂ ਪੈਦਾ ਹੋਣੀ, ਗੀਤ ਦੇ ਵਿੱਚ ਸੁਰ ਨਹੀਂ ਪੈਦਾ ਹੋਣਾ, ਤਾਂ ਉਹ ਗੀਤ ਵਧੀਆ ਨਹੀਂ ਲੱਗਣਾ। ਤੇ ਹੁਣ ਇਸ ਤੋਂ ਬਾਅਦ ਗੀਤ ਦੇ ਸਟਰਕਚਰ ਤੋਂ ਬਾਅਦ ਆਪਾਂ ਇੱਕ ਗੱਲ ਹੋਰ ਜ਼ਰੂਰ ਕਰਾਂਗੇ ਗੀਤ ਬਾਰੇ, ਗੀਤ ਦੇ ਪ੍ਰਭਾਵ ਬਾਰੇ। ਗੀਤ ਦਾ ਪ੍ਰਭਾਵ ਬੰਨ੍ਹਣ ਲਈ ਗੀਤਕਾਰ ਨੂੰ ਪਹਿਲੀ ਗੱਲ ਤਾਂ ਆਪਣਾ ਵਿਸ਼ੇ ਤੋਂ ਭਟਕਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਹੁਣ ਇਹ ਗੀਤ ਦੇਵ ਤਰੀਕੇ ਜੀ ਵਾਲੇ ਦਾ ਲਿਖਿਆ ਹੋਇਆ ਹੈ, ਉਹਨਾਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਮਾਂ ਦੇ ਪਿਆਰ ਦਾ ਥੀਮ ਜੋ ਲਿਆ, ਵਿਸ਼ਾ ਲਿਆ, ਉਹ ਬਿਲਕੁਲ ਆਪਣੇ ਵਿਸ਼ੇ ਤੋਂ ਭਟਕੇ ਨਹੀਂ ਹੈਗੇ। ਉਹਨਾਂ ਨੇ ਵਿਸ਼ੇ ਨੂੰ ਵਿੱਚ ਹਰੇਕ ਸਥਾਈ ਅੰਤਰੇ ਦੇ ਵਿੱਚ ਹੋਰ ਖੂਬਸੂਰਤੀ ਦਿੱਤੀ ਹੈ। ਕਿਵੇਂ ਦਿੱਤੀ ਹੈ ਦੇਖੋ, ਮੈਂ ਇਸ ਦੀ ਵੀ ਉਦਾਹਰਨ ਦਊਂਗਾ। ਦੇਖੋ ਕਵੀ ਨੇ ਪਹਿਲਾਂ ਲਿਖਿਆ ਹੈ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ, ਮਾਂ ਤਾਂ ਠੰਡੜੀ ਛਾਂ ਦੁਨੀਆ ਵਾਲਿਓ। ਪੁਰਾਣੇ ਸਮਿਆਂ ਤੋਂ ਹੀ ਠੰਡੀ ਛਾਂ ਜਿਹੜੀ ਅੱਜ ਕੱਲ੍ਹ ਵੀ ਜਦੋਂ ਸਹੂਲਤਾਂ ਨਹੀਂ ਹੁੰਦੀਆਂ ਸੀ ਤਾਂ ਠੰਡੀ ਛਾਂ ਮਨੁੱਖ ਲਈ ਬਹੁਤ ਵੱਡਾ ਆਸਰਾ ਹੁੰਦਾ ਸੀਗਾ, ਤੇ ਉਸੇ ਤਰ੍ਹਾਂ ਦਾ ਆਸਰਾ ਮਾਂ ਹੈ। ਉਸ ਤੋਂ ਬਾਅਦ ਪਹਿਲਾ ਪਹਿਰਾ ਦੇਖੋ ਕਵੀ ਨੇ ਕਿਸ ਤਰ੍ਹਾਂ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਪਹਿਲੇ ਸਾਰੇ ਪਹਿਰੇ ਦੇ ਵਿੱਚ ਕਵੀ ਨੇ ਇੱਕ ਅਨਾਥ ਬੱਚੇ ਦਾ ਦ੍ਰਿਸ਼ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਕਵੀ ਨੇ ਲੇਖਕ ਨੇ ਕੀ ਲਿਖਿਆ, ਗੀਤਕਾਰ ਨੇ, ਮਾਂ ਬਿਨਾਂ ਨਾ ਕੋਈ ਲਾਡ ਲਡਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ, ਖੋਹ ਲੈਂਦੇ ਟੁੱਕ ਕਾਂ ਦੁਨੀਆ ਵਾਲਿਓ। ਜੇ ਕਿਸੇ ਅਨਾਥ ਬੱਚੇ ਤੋਂ ਕਾਂ ਆ ਕੇ ਝਪੱਟਾ ਮਾਰ ਕੇ ਟੁੱਕ ਰੋਟੀ ਦਾ ਟੁੱਕ ਵੀ ਖੋਹ ਲੈਣ ਤਾਂ ਉਹਨੂੰ ਰੋਂਦੇ ਨੂੰ ਕੋਈ ਛੇਤੀ ਚੁੱਪ ਨਹੀਂ ਕਰਾਉਂਦਾ ਆਪਣਾ ਸਮਝ ਕੇ, ਕਿਉਂਕਿ ਅਨਾਥ ਆ। ਅਨਾਥ ਬੱਚੇ ਦਾ ਦੁੱਖ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਅਗਲੇ ਪਹਿਰੇ ਦੇ ਵਿੱਚ ਦੇਖੋ, ਉਸ ਤੋਂ ਅਗਲੇ ਪਹਿਰੇ ਦੇ ਵਿੱਚ ਲੇਖਕ ਨੇ ਕੀ ਲਿਖਿਆ ਹੈ, ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਹੈ ਪੈਂਦੀ, ਪਾਉਂਦੀ ਸੁੱਕੀ ਥਾਂ ਦੁਨੀਆ ਵਾਲਿਓ। ਇਸ ਪਹਿਰੇ ਦੇ ਵਿੱਚ ਗੀਤਕਾਰ ਨੇ ਇੱਕ ਬਿਲਕੁਲ ਨਵੇਂ ਜੰਮੇ ਬੱਚੇ, ਜੋ ਛੋਟੇ ਬੱਚੇ ਜਿਹੜੇ ਆਪਣਾ ਆਪ ਜਿਹੜਾ ਉਹ ਹਿਲਜੁਲ ਨਹੀਂ ਕਰ ਸਕਦੇ, ਤਾਂ ਉਹ ਛੋਟੇ ਜਿਹੇ ਬੱਚੇ ਦਾ ਦ੍ਰਿਸ਼ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜੇ ਛੋਟਾ ਜਿਹਾ ਬੱਚਾ ਜਿਹੜਾ ਉਹਨੂੰ ਦੁੱਖ ਤਕਲੀਫ ਆਉਂਦੀ ਆ, ਗਿੱਲਾ ਸੁੱਕਾ ਹੁੰਦਾ, ਭੁੱਖ ਲੱਗਦੀ ਹੈ, ਜੋ ਵੀ ਆ, ਤਾਂ ਮਾਂ ਉਹਦਾ ਕਿੰਨਾ ਧਿਆਨ ਰੱਖਦੀ ਹੈ। ਛੋਟੇ ਜਿਹੇ ਬੱਚੇ ਦਾ ਦ੍ਰਿਸ਼ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ, ਉਸ ਸਮੇਂ ਮਾਂ ਕਿੰਨਾ ਪਿਆਰ ਕਰਦੀ ਹੈ। ਅਗਲੇ ਪਹਿਰੇ ਦੇ ਵਿੱਚ ਫੇਰ ਕਵੀ ਨੇ, ਲੇਖਕ ਨੇ, ਗੀਤਕਾਰ ਨੇ ਇੱਕ ਅਨਾਥ ਬੱਚੇ ਦਾ ਦ੍ਰਿਸ਼ ਹੀ ਪੇਸ਼ ਕੀਤਾ ਹੈ। ਕੀ ਕਹਿ ਰਹੇ, ਮਾਂ ਬਿਨਾਂ ਜਗ ਘੁੱਪ ਹਨੇਰਾ, ਬਿਲਕੁਲ ਹਨੇਰਾ, ਸੁੰਨਾ ਦਿਸਦਾ ਚਾਰ ਚੁਫੇਰਾ, ਖਾਲੀ ਉਜਾੜ ਸੁੰਨਸਾਨ ਦਿਸਦਾ ਮਾਂ ਤੋਂ ਬਿਨਾਂ, ਕੋਈ ਨਾ ਫੜਦਾ ਬਾਂਹ ਦੁਨੀਆ ਵਾਲਿਓ। ਅਨਾਥ ਬੱਚੇ ਦੀ ਮਾਂ ਤੋਂ ਬਿਨਾਂ ਕੋਈ ਬਾਂਹ ਨਹੀਂ ਫੜਦਾ, ਕੋਈ ਉਸ ਦਾ ਧਿਆਨ ਨਹੀਂ ਰੱਖਦਾ। ਉਸ ਤੋਂ ਅਗਲੇ ਪਹਿਰੇ ਦੇ ਉੱਤੇ ਇੱਕ ਲੇਖਕ ਨੇ ਹੋਰ ਦੇਖੋ ਬੜੀ ਖੂਬਸੂਰਤ ਗੱਲ ਕੀਤੀ ਹੈ। ਇਹਦੇ ਵਿੱਚ ਗੀਤਕਾਰ ਨੇ, ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ ਦੂਜਾ, ਮਾਂ ਹੈ ਰੱਬ ਦਾ ਨਾਂ ਦੁਨੀਆ ਵਾਲਿਓ। ਮਾਂ ਤੇ ਰੱਬ ਨੂੰ ਆਪਸ ਦੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਕਿ ਮਾਂ ਦਾ ਆਸਰਾ ਜਿਹੜਾ ਰੱਬ ਜਿੰਨਾ ਆਸਰਾ ਹੁੰਦਾ। ਤੇ ਆਪਣੇ ਲੋਕ ਮੁਹਾਵਰਿਆਂ ਦੇ ਵਿੱਚ ਆਮ ਇਹ ਗੱਲ ਬਹੁਤ ਦੇਰ ਤੋਂ ਪ੍ਰਚਲਿਤ ਸੀ ਕਿ ਮਾਂ ਰੱਬ ਦਾ ਦੂਜਾ ਰੂਪ ਹੈ। ਕਵੀ ਨੇ ਇਸ ਪਹਿਰੇ ਦੇ ਵਿੱਚ ਇਸੇ ਗੱਲ ਨੂੰ ਵਿਸਥਾਰ ਦਿੱਤਾ ਹੈ ਕਿ ਮਾਂ ਤੇ ਰੱਬ ਇੱਕੋ ਚੀਜ਼ ਆ, ਮਾਂ ਰੱਬ ਦੇ ਰੂਪ ਦਾ ਇਸ ਗੱਲ ਵਿੱਚ ਵਿਸਥਾਰ ਦਿੱਤਾ ਕਿ ਮਾਂ ਹੀ ਰੱਬ ਦਾ ਰੂਪ ਬੱਚੇ ਲਈ ਹੁੰਦੀ ਆ। ਤੇ ਲਾਸਟ ਪਹਿਰੇ ਦੇ ਵਿੱਚ ਕਵੀ ਨੇ ਇਹ ਜਿਹੜਾ ਗੀਤ ਦੀ ਰੂਪ ਰੇਖਾ ਦਾ ਇੱਕ ਹਿੱਸਾ ਹੈ ਕਿ ਲਾਸਟ ਪਹਿਰੇ ਦੇ ਵਿੱਚ ਗੀਤਕਾਰ ਨੇ ਆਪਣਾ ਨਾਮ ਵਿੱਚ ਪਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ। ਤੇ ਉਹਨੇ ਗੀਤਕਾਰ ਨੇ ਉਵੇਂ ਕੀਤਾ ਹੈ, ਰੱਬਾ ਦੇਵ ਕਰੇ ਅਰਜ਼ੋਈ ਬੇਨਤੀ,
ਬੱਚਿਆਂ ਦੀ ਮਾਂ ਮਰੇ ਨਾ ਕੋਈ, ਸਿਰ ਤੋਂ ਉੱਠਦੀ ਛਾਂ ਦੁਨੀਆ ਵਾਲਿਓ। ਤਾਂ ਲਾਸਟ ਦੇ ਵਿੱਚ ਕਵੀ ਨੇ, ਗੀਤਕਾਰ ਨੇ ਆਪਣਾ ਨਾਮ ਵੀ ਪਾਤਾ, ਰੱਬਾ ਦੇਵ ਕਰੇ ਅਰਜੋਈ, ਬੱਚਿਆਂ ਦੀ ਮਾਂ ਮਰੇ ਨਾ ਕੋਈ। ਆਪਣਾ ਨਾਂ, ਕੱਲਾ ਨਾਮ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੱਲਾ ਧੱਕੇ ਨਾਲ ਆਪਣਾ ਨਾਮ ਪਾਤਾ ਬਸ ਸਰ ਗਿਆ, ਨਹੀਂ। ਉਹਨੇ ਨਾਮ ਪਾਉਣ ਦੇ ਨਾਲ ਨਾਲ ਬੜੀ ਸੋਹਣੀ ਗੱਲ ਕੀਤੀ ਕਿ ਆਪਣੀ ਮਨ ਦੀਆਂ ਭਾਵਨਾਵਾਂ ਵੀ ਦੱਸਤੀਆਂ ਕਿ ਰੱਬਾ ਦੇਵ ਕਰੇ ਅਰਜੋਈ, ਕਿ ਮੈਂ ਦੇਵ ਕਵੀ ਗੀਤਕਾਰ ਇਹ ਰੱਬਾ ਤੇਰੇ ਅੱਗੇ ਇਹ ਅਰਦਾਸ ਕਰਦਾ ਕਿ ਬੱਚਿਆਂ ਦੀ ਮਾਂ ਮਰੇ ਨਾ ਕੋਈ, ਕਿਸੇ ਬੱਚੇ ਦੀ ਮਾਂ ਨਾ ਮਰੇ। ਬੜਾ ਵੱਡਾ ਦੁੱਖ ਹੁੰਦਾ ਇਹ ਬੱਚੇ ਲਈ ਵੀ ਤੇ ਦੇਖਣ ਵਾਲਿਆਂ ਲਈ ਵੀ। ਤੇ ਸਿਰ ਤੋਂ ਉੱਠਦੀ ਛਾਂ ਦੁਨੀਆ ਵਾਲਾ, ਸਿਰ ਤੋਂ ਜਿਵੇਂ ਛਾਂ ਹੀ ਉੱਠ ਜਾਂਦੀ ਆ, ਸਿਰ ਬੱਚਿਆਂ ਦਾ ਸਹਾਰਾ ਹੀ ਉੱਠ ਜਾਂਦਾ ਹੈ। ਤੇ ਇਸ ਤਰ੍ਹਾਂ ਕਵੀ ਨੇ ਕਹਿ ਲਓ ਕਿ ਇਹ ਪੂਰੇ ਗੀਤ ਦੇ ਵਿੱਚ ਆਪਣਾ ਵਿਸ਼ਾ ਜਿਹੜਾ ਉਸ ਤੋਂ ਬਿਲਕੁਲ ਇੱਧਰ ਉੱਧਰ ਨਹੀਂ ਭਟਕਿਆ ਤੇ ਵਿਸ਼ੇ ਨੂੰ ਬੰਨੀ ਰੱਖਿਆ ਹੈ। ਬਹੁਤ ਪ੍ਰਭਾਵਸ਼ਾਲੀ ਵਿਸ਼ਾ ਲਿਆ ਹੈ। ਤੇ ਇਸ ਤਰ੍ਹਾਂ ਦੇ ਗੀਤ ਨੇ ਜਿਹੜੇ ਉਹੀ ਹਿੱਟ ਹੁੰਦੇ ਆ ਜਿਨ੍ਹਾਂ ਦੇ ਵਿੱਚ ਗੀਤਕਾਰ ਨੇ ਜਿਹੜੇ ਆਪਣੇ ਵਿਸ਼ੇ ਨਾਲ ਪੂਰਾ ਇਨਸਾਫ ਕਰਦੇ ਨੇ, ਵਿਸ਼ੇ ਨੂੰ ਆਪਣੇ ਵਿੱਚ ਕਹਿ ਲਓ ਸਥਾਈ ਅੰਤਰਿਆਂ ਦੇ ਵਿੱਚ ਹੋਰ ਐਲੈਬੋਰੇਟ ਕਰਦੇ ਨੇ, ਹੋਰ ਸੋਹਣਾ ਬਣਾਉਣ ਦਾ ਕੋਸ਼ਿਸ਼ ਕਰਦੇ ਨੇ। ਤਾਂ ਤੁਸੀਂ ਨੇ ਵੀ ਜਿੰਨਾ ਪ੍ਰੈਕਟਿਸ ਕਰੋਗੇ ਆਪਣਾ ਗੀਤ ਲਿਖਣ ਦੀ, ਕਵਿਤਾਵਾਂ ਲਿਖਣ ਦੀ, ਜਿੰਨੀ ਪ੍ਰੈਕਟਿਸ ਕਰੋਗੇ, ਪ੍ਰੈਕਟਿਸ ਨਾਲ ਹੀ ਇਹ ਗੱਲ ਜਿਹੜੀ ਚੀਜ਼ ਵਧੀਆ ਆਉਂਦੀ ਆ। ਕਿਉਂਕਿ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਤਾਂ ਬਹੁਤ ਵੱਡਾ ਸਕੋਪ ਆ। ਗੀਤਕਾਰ ਆਪ ਹੀ ਗੀਤ ਲਿਖ ਕੇ ਉਹਨਾਂ ਨੂੰ ਆਪ ਹੀ ਗਾ ਕੇ ਕਹਿ ਲਓ ਕਿ ਹਿੱਟ ਹੋ ਰਹੇ ਨੇ, ਸੁਪਰ ਹਿੱਟ ਹੋ ਰਹੇ ਨੇ। ਤਾਂ ਆਪਾਂ ਨੂੰ ਵੀ ਕੋਸ਼ਿਸ਼ ਕਰਨੀ ਹੈ ਆਪਣੇ ਫ੍ਰੀ ਟਾਈਮ ਸੋਹਣੇ ਸੋਹਣੇ ਗੀਤ ਲਿਖਣ ਦੀ, ਤੇ ਗੀਤ ਵੀ ਜਿਹੜੇ ਨੇ ਉਹ ਵਧੀਆ ਵਧੀਆ ਵਿਸ਼ਿਆਂ ਦੇ ਉੱਤੇ ਲਿਖਣੇ ਨੇ। ਧੰਨਵਾਦ। ਅੱਜ ਆਪਾਂ ਦੂਜੀ ਟ੍ਰਿਕ ਲੈ ਕੇ ਆਏ ਆ ਟੂ ਫਾਈਂਡ ਦਾ ਸਕੁਅਰ ਰੂਟ। ਸਕੁਅਰ ਰੂਟ ਫਾਈਂਡ ਕਰਨ ਵਾਸਤੇ ਆਪਾਂ ਦੇਖਦੇ ਹਾਂ ਸਕੁਅਰ ਰੂਟ ਆਪਣਾ ਇੱਕ ਪਰਫੈਕਟ ਸਕੁਅਰ ਰੂਟ ਹੋ ਸਕਦਾ ਹੈ, ਇੱਕ ਹੁੰਦਾ ਵੀ ਪਰਫੈਕਟ ਨਾ ਹੋਵੇ, ਇੱਕ ਪੂਰਨ ਵਰਗ ਨਾ ਹੋਵੇ। ਜੇ ਤਾਂ ਪੂਰਨ ਵਰਗ ਹੋਊਗਾ ਤਾਂ ਜਿਹੜਾ ਕੁਐਸਚਨ ਦਾ ਯੂਨਿਟ ਡਿਜਿਟ ਆ ਜੇ 1 4 5 6 ਤੇ 9 ਹੋਵੇ ਤਾਂ ਆਨਸਰ ਦਾ ਯੂਨਿਟ ਡਿਜਿਟ ਯਾਨੀ ਕਿ ਲਾਸਟ ਡਿਜਿਟ 1 ਤੇ 9 ਹੋ ਸਕਦਾ ਹੈ, 4 ਹੋਵੇ ਤਾਂ 2 ਤੇ 8 ਹੋ ਸਕਦਾ ਹੈ, 5 ਹੋਵੇ ਤਾਂ 5 ਹੀ ਰਹੂਗਾ, 6 ਆ ਤਾਂ 4 ਤੇ 6 ਹੋ ਸਕਦਾ ਹੈ, 9 ਆ ਤਾਂ 3 ਜਾਂ 7 ਹੋ ਸਕਦਾ ਹੈ। ਜੇਕਰ ਕੁਐਸਚਨ ਦਾ ਆਖਰੀ ਡਿਜਿਟ 2 3 7 8 ਆ ਤਾਂ ਇਹ ਪਰਫੈਕਟ ਸਕੁਅਰ ਨਹੀਂ ਹੋਵੇਗਾ। ਤਾਂ ਲੈਂਦੇ ਆਪਾਂ ਇੱਕ ਐਗਜ਼ਾਮਪਲ, ਪਹਿਲੀ ਐਗਜ਼ਾਮਪਲ ਲੈ ਰਿਹਾ ਮੈਂ 6 8 8 9 ਦਾ ਆਪਾਂ ਕੀ ਫਾਈਂਡ ਕਰਨਾ ਹੈ ਪਰਫੈਕਟ ਸਕੁਅਰ। ਤਾਂ ਮੈਂ ਦੇਖਦਾ ਹੈ 89 ਤੇ 68 ਦੋ ਪੇਅਰ ਬਣਾ ਲਏ ਪਿੱਛੇ ਤੋਂ ਮੈਂ ਇੱਕ 89 ਇੱਕ 68। ਇਸ ਦਾ ਯੂਨਿਟ ਡਿਜਿਟ ਲਾਸਟ ਹੈਗਾ 9। ਜੇਕਰ ਲਾਸਟ ਜੇ 9 ਹੋਵੇ ਤਾਂ ਜਾਂ ਤਾਂ ਇਹ 3 ਦਾ ਵਰਗ ਹੋਵੇਗਾ ਜਾਂ ਇਹ 7 ਦਾ ਵਰਗ ਹੋਵੇਗਾ। ਤਾਂ ਮੈਂ ਇੱਕ ਸਾਈਡ ਤੇ 3 ਲਿਖਤਾ, ਇੱਕ ਸਾਈਡ ਤੇ 7 ਲਿਖਦਾ। ਉਸ ਤੋਂ ਅਗਲਾ ਡਿਜਿਟ ਹੈਗਾ ਇਹ ਪੇਅਰ ਹੈਗਾ ਆਪਣਾ 68। ਆਪਾਂ ਇਸ ਦਾ ਦੇਖਦੇ ਆ 68 ਤੋਂ ਪਹਿਲਾਂ ਪੂਰਨ ਵਰਗ ਕਿਹੜਾ ਆਉਂਦਾ ਹੈ 8 ਦਾ ਵਰਗ 64। ਤਾਂ ਇਸ ਦੇ ਅੱਗੇ ਲਿਖਤਾ 8 ਤੇ ਇਸ ਦੇ ਅੱਗੇ 87, ਇਸ ਦੇ ਅੱਗੇ ਵੀ 8 ਲਿਖਤਾ, ਜਾਂ ਤਾਂ 83 ਹੋਊਗਾ ਜਾਂ 87 ਹੋਊਗਾ। ਹੁਣ ਆਪਾਂ ਇਹ ਦੇਖਣਾ ਇਹਨਾਂ ਦੋਨਾਂ 'ਚੋਂ ਕਿਹੜਾ ਠੀਕ ਆ 83 87। ਉਸ ਦੇ ਵਾਸਤੇ ਆਪਾਂ 8 ਦਾ ਵਰਗ ਦੇਖਦੇ ਆ 64, 9 ਦਾ ਵਰਗ ਦੇਖਦੇ ਆ 81। ਤਾਂ ਜਿਹੜਾ 68 ਕਿਸ ਦੇ ਵਰਗ ਦੇ ਨੇੜੇ ਆ 64 ਦੇ ਛੋਟੇ ਵਾਲੇ ਦੇ। ਤਾਂ ਇਹ ਵਾਲਾ ਜਿਹੜਾ ਪਹਿਲਾ ਹੈ 83 ਇਹ ਇਸ ਦਾ ਸਕੁਅਰ ਰੂਟ ਹੋਵੇਗਾ 68 89 ਦਾ। ਨੈਕਸਟ ਐਗਜ਼ਾਮਪਲ ਹੈਗੀ ਆ 5041 ਦਾ। ਆਪਾਂ ਸਕੁਅਰ ਰੂਟ ਫਾਈਂਡ ਕਰਨਾ ਹੈ। ਆਪਾਂ 2 2 ਦੇ ਪੇਅਰ ਬਣਾਉਂਦੇ ਆ, ਲਾਸਟ ਡਿਜਿਟ 1 ਆ ਤਾਂ ਜਿਹੜਾ ਆਨਸਰ ਦਾ ਮੇਰੇ ਕੋਲ ਲਾਸਟ ਡਿਜਿਟ ਹੋਊਗਾ ਉਹ 1 ਹੋਊਗਾ ਜਾਂ 9 ਹੋਊਗਾ। 50 ਦਾ ਪੂਰਨ, ਇਸ ਤੋਂ ਪਹਿਲਾਂ ਪੂਰਨ ਵਰਗਾਂ ਦਾ 7 7 7 49 ਤਾਂ 71 ਆ ਜਾਊਗਾ, ਇੱਥੇ ਆ ਜਾਊਗਾ 79। ਜਾਂ ਤਾਂ ਇਹ 71 ਦਾ ਹੋਊਗਾ ਜਾਂ 79 ਦਾ ਹੋਊਗਾ। ਅਗਰ ਦੇਖੀਏ 49 8 ਦਾ 64 ਤਾਂ 50 ਕਿਸ ਦੇ ਨੇੜੇ 49 ਦੇ, ਤਾਂ ਇਸ ਦਾ ਆਨਸਰ ਹੋਊਗਾ 71। ਤਾਂ 50 41 ਦਾ ਸਕੁਅਰ ਰੂਟ ਆ ਜਾਊਗਾ 71। ਇਸੇ ਤਰ੍ਹਾਂ ਆਪਾਂ ਹੋਰ ਐਗਜ਼ਾਮਪਲ ਕਰਦੇ ਆ ਇੱਕ 7569। ਹੁਣ ਵੀ ਇਸ ਦਾ ਲਾਸਟ ਡਿਜਿਟ ਕੀ ਆ, ਆਪਾਂ ਇਸ ਦੇ ਪੇਅਰਸ ਬਣਾ ਲਾਂਗੇ ਪਹਿਲਾਂ 2 2 ਦੇ। ਇਸ ਦਾ ਲਾਸਟ ਡਿਜਿਟ ਕੀ ਆ 9। ਜੇ 9 ਲਾਸਟ ਡਿਜਿਟ ਹੋਵੇ ਜਾਂ ਤਾਂ ਇਹ 3 ਦਾ ਵਰਗ ਆ ਜਾਂ ਇਹ 7 ਦਾ ਵਰਗ ਆ। ਅਗਲਾ ਹੈ 75 ਕੇ ਤੋਂ ਪਹਿਲਾਂ ਵਾਲਾ ਪੂਰਨ ਵਰਗ ਕੀ ਆਉਂਦਾ ਹੈ 64। ਤਾਂ 8 ਦਾ ਵਰਗ ਆ ਇਹ ਜਾਂ 7 ਦਾ ਵਰਗ ਆ। ਠੀਕ ਹੈ ਜੀ, ਤਾਂ 8 ਤੇ 7 ਲਿਖ ਦਾਂਗੇ। ਹੁਣ ਦੇਖਦੇ ਆ 64 8 ਦਾ 9 ਦਾ 81, 75 ਕਿਸ ਦੇ ਜ਼ਿਆਦਾ ਨੇੜੇ ਆ 81 ਦੇ। ਤਾਂ ਇਸ ਦਾ ਆਨਸਰ ਹੋਊਗਾ 87। ਤਾਂ 87 ਆ ਗਿਆ ਇਸ ਦਾ ਸਕੁਅਰ ਰੂਟ 75 69 ਦਾ। ਇਸ ਤਰ੍ਹਾਂ ਬੇਟਾ ਆਪਾਂ ਇੱਕ ਹੋਰ ਕਰਦੇ ਆ 7921। ਜੇਕਰ 1 ਹੋਵੇ ਲਾਸਟ ਡਿਜਿਟ ਤਾਂ ਇਹ ਜਾਂ ਤਾਂ ਇਸ ਦਾ 2 2 ਪਹਿਲਾਂ ਪੇਅਰ ਬਣਾਵਾਂਗੇ। ਪਹਿਲਾਂ ਦੇਖਦੇ ਆ ਇਸ ਦਾ ਲਾਸਟ ਡਿਜਿਟ 1 ਆ ਤਾਂ ਇਹ 1 ਦਾ ਹੋ ਸਕਦਾ ਹੈ ਜਾਂ 9 ਦਾ ਹੋ ਸਕਦਾ ਹੈ। 79 ਤੋਂ ਪਹਿਲਾਂ ਆਉਂਦਾ ਹੈ
64 ਪੂਰਨ ਵਰਗ, ਤਾਂ ਇੱਥੇ ਵੀ 8 ਲਿਖ ਦਾਂਗੇ, ਇੱਥੇ ਵੀ 8 ਲਿਖ ਦਾਂਗੇ। ਉਸ ਤੋਂ ਬਾਅਦ ਆਪਾਂ ਦੇਖਦੇ ਆ 64 ਤੇ 81, 79 ਕਿਸ ਦੇ ਨੇੜੇ ਆ, 81 ਦੇ, ਤਾਂ ਇਹ ਕਿਹਦਾ ਵਰਗ ਹੋ ਗਿਆ, 89 ਦਾ ਇਹ ਸਕੁਅਰ ਰੂਟ ਹੋ ਗਿਆ, ਤਾਂ ਇਸ ਦਾ ਸਕੁਅਰ ਰੂਟ ਆ ਗਿਆ 89। बेटा इस क्वेश्चन आता है 1296 का स्केयर रूट फाइंड करना। 1296 बेटा एक अपवाद आ, एक्सैप्शन आ, इसका तुम कोई मैथड नाल नहीं कढ़ सकते, तो इसका स्केयर रूट होंगे 36, थानू इस तरह ही याद रखना पऊगा। नैक्सट आप करें 25281, जे 3 डिजिट आ जाए तो आप करेंगे, पिछे तो पेयर बनाने हैं 2 दे, पहला रह गए 3 अखर, लास्ट डिजिट की आ 1, लास्ट डिजिट जेकर 1 है तो किन्ने का वर्ग हो सकता है, ਜਾਂ ਤਾਂ ਇਹ 1 ਦਾ ਵਰਗ ਹੋਊਗਾ ਜਾਂ ਇਹ 9 ਦਾ। ਅਗਲਾ ਹੈਗਾ 252, 252 15 ਦਾ ਵਰਗ ਹੁੰਦਾ ਹੈ 225, 16 ਦਾ ਵਰਗ ਹੁੰਦਾ ਹੈ 256। ਹੁਣ ਦੇਖੋ ਪਹਿਲਾਂ ਵਾਲਾ ਆਪਾਂ ਲੈਣਾ ਹੈ, ਇਸ ਤੋਂ ਛੋਟਾ ਲੈਣਾ ਤਾਂ 15 ਇਸ ਦੇ ਅੱਗੇ ਆ ਗਿਆ, ਜਾਂ ਇਸ ਦਾ ਆਨਸਰ 151 ਹੋਊਗਾ ਜਾਂ 159। ਹੁਣ ਆਪਾਂ ਦੇਖਦੇ 252 ਕਿਸ ਦੇ ਜ਼ਿਆਦਾ ਨੇੜੇ ਆ, 256 ਦੇ 225 ਦੇ 256 ਦੇ, ਤਾਂ ਇਸ ਲਈ ਜਿਹੜਾ ਵੱਡੇ ਵਾਲਾ ਆਨਸਰ ਆ ਉਹ ਹੋਊਗਾ, ਇਸ ਦਾ ਆਨਸਰ ਆ ਗਿਆ 159। ਥੈਂਕਸ। ਗੁੱਡ ਮਾਰਨਿੰਗ ਸਟੂਡੈਂਟਸ, ਅੱਜ ਆਪਣੇ ਸਮਰ ਕੈਂਪ ਪਾਰਟ 2 ਦਾ ਦੂਜਾ ਦਿਨ ਹੈ ਤੇ ਮੈਂ ਤੁਹਾਨੂੰ ਅੱਜ ਮੈਥਮੈਟੀਕਲ ਟ੍ਰਿਕਸ ਲੈ ਕੇ ਆਇਆ ਤੁਹਾਡੇ ਲਈ। ਅੱਜ ਆਪਾਂ ਕਿਸੇ ਵੀ ਨੰਬਰ ਦਾ ਸਕੁਅਰ ਫਾਈਂਡ ਕਰਨ ਦੀ ਤੁਹਾਨੂੰ ਟ੍ਰਿਕ ਦੱਸਾਂਗੇ, ਜਿਹੜਾ 2 ਡਿਜਿਟ ਨੰਬਰ ਤੇ 3 ਡਿਜਿਟ ਨੰਬਰ ਹੋ ਸਕਦਾ ਹੈ। ਪਹਿਲਾਂ 2 ਡਿਜਿਟ ਨੰਬਰ ਦੇ ਲਈ ਜਿਹੜੀ ਟ੍ਰਿਕ ਆ ਉਸ ਨੂੰ ਦੇਖਦੇ ਆ ਕਿਵੇਂ ਕਰਦੇ ਆ। ਟ੍ਰਿਕ 1, ਸਭ ਤੋਂ ਪਹਿਲਾਂ ਆਪਾਂ ਕਿਸੇ 2 ਡਿਜਿਟ ਨੰਬਰ ਦਾ ਸਕੁਅਰ ਫਾਈਂਡ ਕਰਨਾ ਹੈ, ਤਾਂ ਆਪਾਂ ਕੀ ਕਰਾਂਗੇ, ਜਿਹੜੇ ਡਿਜਿਟ ਆ ਉਸ ਨੂੰ ਆਪਸ 'ਚ ਮਲਟੀਪਲਾਈ ਕਰਾਂਗੇ ਤੇ ਨਾਲ ਆਪਾਂ 2 ਨਾਲ ਮਲਟੀਪਲਾਈ ਕਰ ਦਾਂਗੇ। 3 ਦੂਣੀ 6, 6 ਦੂਣੀ 12, 12 ਨੂੰ ਇੱਕ ਸਾਈਡ ਤੇ ਲਿਖ ਲਾਂਗੇ ਤੇ 3 ਦਾ ਸਕੁਅਰ ਕਰਾਂਗੇ 9, 2 ਦਾ ਸਕੁਅਰ 4, ਆਪਾਂ 0 ਪਾਇਆ, ਮੈਂ 2 ਡਿਜਿਟ ਲੈਣੇ ਆ, 0904 ਆ ਗਿਆ ਹੈ। ਇਸ ਦੇ 'ਚ ਆਪਾਂ 12 ਨੂੰ ਐਡ ਕਰਾਂਗੇ ਇੱਕ ਡਿਜਿਟ ਪਿੱਛੇ ਤੋਂ ਛੱਡ ਕੇ, ਤਾਂ ਇਹਦਾ 4, 2, 10, 1024, 32 ਦਾ ਸਕੁਅਰ ਆ ਗਿਆ। ਇसी तरह आप एक थानू एग्जाम्पल होर दिंदा हाँ 87 का स्केयर, 8 मल्टीप्लाई बाय 7 मल्टीप्लाई बाय 2, 8 7 56, 56 दूना 112। फिर आप 8 का स्केयर करांगे 64, 7 का स्केयर 49 तो 112 ਨੂੰ ਇੱਕ ਅੱਖਰ ਛੱਡ ਕੇ ਆਪਾਂ ਕਰ ਦਾਂਗੇ, ਐਡ ਕਰ ਦਾਂਗੇ 9 6 5 7, ਤਾਂ 87 ਦਾ ਸਕੇਅਰ ਆ ਗਿਆ 75 69। ਹੁਣ ਹੈਗਾ ਇਸ ਦਾ ਟ੍ਰਿਕ 2, ਜਿਹੜੀ ਟ੍ਰਿਕ 2 ਆ ਉਹ ਯੂਨੀਵਰਸਲ ਟ੍ਰਿਕ ਆ, ਉਸ ਨੂੰ ਤੁਸੀਂ 2 ਡਿਜਿਟ ਨੰਬਰ ਤੇ 3 ਡਿਜਿਟ ਨੰਬਰ ਦੋਨਾਂ ਤੇ ਯੂਜ਼ ਕਰ ਸਕਦੇ ਹੋ। ਮੈਂ ਪਹਿਲਾਂ 87 ਤੇ ਕਰਾਂਗਾ, ਦੁਬਾਰਾ ਇਸ ਕੁਐਸਚਨ ਨੂੰ ਆਪਾਂ ਦੂਜੀ ਟ੍ਰਿਕ ਨਾਲ ਕਰਾਂਗੇ। 87 ਦਾ ਸਕੇਅਰ ਫਾਈਂਡ ਕਰਨ ਲਈ ਆਪਾਂ 87 ਦੇ ਨੇੜੇ ਜਿਹੜਾ ਕੋਈ ਵੀ 0 ਵਾਲਾ ਡਿਜਿਟ ਆ, ਜਿਸ ਤਰ੍ਹਾਂ 90 ਉਸ ਦੇ ਨੇੜੇ ਜਾਵਾਂਗੇ, ਜਿਹੜਾ ਇਸ ਦੇ ਕਲੋਜ਼ਲੀ ਹੋਵੇ। 87 ਜੇਕਰ ਮੈਂ 3 ਐਡ ਕਰਦਾ ਤੇ 3 ਮਾਈਨਸ ਕਰਦਾ ਤਾਂ ਕੀ ਆ ਜਾਂਦਾ 90। ਜਿਹੜੀ ਚੀਜ਼ ਆਪਾਂ ਐਡ ਕੀਤੀ ਤੇ ਮਾਈਨਸ ਕੀਤੀ, ਸਭ ਤੋਂ ਪਹਿਲਾਂ ਆਪਾਂ ਕੀ ਲਵਾਂਗੇ, ਉਸ ਦਾ ਸਕੇਅਰ। ਮੈਂ ਉਸ ਦਾ ਸਕੇਅਰ ਲੈ ਲਿਆ, 3 ਦਾ ਸਕੇਅਰ ਆ ਗਿਆ 9। ਹੁਣ 87 + 3 90, 87 ਚੋਂ 3 ਮਾਈਨਸ ਕਰ ਦਿਓ 84, ਜਿੰਨੀ 0 ਆਈ ਉਹਨੇ ਨਾਲ ਤੁਸੀਂ ਡਿਵਾਈਡ ਕਰ ਦੇਣਾ। ਤੇ ਇੱਕ ਗੱਲ ਹੋਰ ਯਾਦ ਰੱਖਣੀ ਆ, ਜਿਹੜਾ ਇਸ ਸਾਈਡ ਤੋਂ ਵੀ ਉਨੇ ਹੀ ਅੱਖਰ ਅੱਗੇ ਜਾਣਗੇ ਜਿਹਦੇ ਨਾਲ ਤੁਸੀਂ ਡਿਵਾਈਡ ਕਰ ਰਹੇ ਹੋ। ਤੁਸੀਂ 10 ਨਾਲ ਡਿਵਾਈਡ ਕਰ ਰਹੇ ਹੋ ਤਾਂ ਇੱਕ ਅੱਖਰ ਹੀ ਅੱਗੇ ਜਾਵੇਗਾ। ਆਪਾਂ ਇਸ ਨੂੰ ਮਲਟੀਪਲਾਈ ਕਰਦੇ ਆ, 9 ਚੌਕਾ 36, ਹਸਲ ਆਏ 3, 8 ਨਾਲ 72, 3 75, ਤਾਂ ਇੱਧਰੋਂ ਇੱਕ ਅੱਖਰ ਅੱਗੇ ਜਾਣਾ ਸੀ, ਇੱਕ ਨੇ ਕੈਰੀ ਚਲੇ ਜਾਣਾ ਸੀ, ਤਾਂ ਇਹ ਆ ਗਿਆ 75 69। ਨੈਕਸਟ ਐਗਜ਼ਾਮਪਲ ਲੈਂਦੇ ਆਪਾਂ 212। 212 ਦੇ ਨੇੜੇ ਜਿਹੜਾ ਰਾਊਂਡ ਫਿਗਰ ਮੈਂ ਬਣਾਵਾਂਗਾ ਉਹ ਹੈਗਾ 200। 212 ਚ ਆਪਾਂ 12 ਮਾਈਨਸ ਕਰ ਦਈਏ ਤੇ 12 ਪਲੱਸ ਕਰ ਦਈਏ ਤਾਂ ਆਪਣੇ ਕੋਲ ਕੀ ਆ ਜਾਂਦਾ ਹੈ, 200 ਆ ਜਾਂਦਾ ਹੈ। 12 ਦੇ ਪਹਿਲਾਂ ਆਪਾਂ ਸਕੇਅਰ ਕਰਾਂਗੇ, 12 ਸਕੇਅਰ ਆ ਜਾਊਗਾ 144। 200 ਮਲਟੀਪਲਾਈ ਬਾਏ 224, ਇੱਥੇ ਆਪਾਂ 2 ਜ਼ੀਰੋਆਂ ਤਾਂ 100 ਨਾਲ ਡਿਵਾਈਡ ਕਰਾਂਗੇ, ਤਾਂ ਇਸ ਤਰ੍ਹਾਂ 2 ਅਕਸ਼ਰੇ ਵਾਲੇ ਅੱਗੇ ਜਾਣਗੇ ਤੇ ਇੱਕ ਅੱਖਰ ਕੈਰੀ ਵਿੱਚ ਚਲੇ ਜਾਊਗਾ। ਮਲਟੀਪਲਾਈ ਕਰਦੇ ਆ, 4 ਦੂਣੀ 8, 2 ਦੂਣੀ 4, 2 ਦੂਣੀ 4 ਤੇ ਇੱਧਰ 144, 4 4 ਪਿੱਛੇ ਤੋਂ ਪੈਦਰੋਂ ਲੈ ਲਏ, 4 4 ਇੱਕ ਗਿਆ ਕੈਰੀ ਵਿੱਚ, 8 1 9 ਤੇ 4 4, ਇਹਦਾ ਆਨਸਰ ਆ ਗਿਆ 44 944। ਇਸੇ ਤਰ੍ਹਾਂ ਮੇਰੇ ਕੋਲ ਇੱਕ ਹੋਰ ਟ੍ਰਿਕ ਆ, ਜਿਹੜੀ ਤੁਸੀਂ ਸਿਰਫ ਇੱਕ ਜਿਸ ਦੇ ਡਿਜਿਟ ਦੇ ਵਿੱਚ ਪਿੱਛੇ 5 ਆਉਂਦਾ ਹੋਊਗਾ ਤੁਸੀਂ ਉੱਥੇ ਹੀ ਇਸਤੇਮਾਲ ਕਰ ਸਕਦੇ ਹੋ। ਜਿਸ ਤਰ੍ਹਾਂ ਆਪਾਂ 85 ਦਾ ਸਕੇਅਰ ਫਾਈਂਡ ਕਰਨਾ ਹੈ ਤਾਂ ਤੁਸੀਂ ਕੀ ਕਰਨਾ ਹੈ, ਪਹਿਲਾਂ 5 ਦਾ ਸਕੇਅਰ ਲਿਖਣਾ ਸਾਈਡ ਤੇ 25, 8 ਨੂੰ ਇਸ ਤੋਂ ਨੈਕਸਟ ਡਿਜਿਟ ਨਾਲ ਮਲਟੀਪਲਾਈ ਕਰਨਾ, 8 ਤੋਂ ਨੈਕਸਟ ਜਿਹੜਾ 9,
8 ਨਾਮ 72 ਤੇ इधर आ गया 25, इसनों इकट्ठे कर दो 72 25 का स्केयर आ गया। इसी तरह आप स्केयर फाइंड करांगे 95 का 25 9 गुणा 10 90 तो इधरों आ गया 25 90 25 का स्केयर आ गया। तो तुसी इस मैथड नाल किसी भी डिजिट का जिस दे विच 5 पैंदा होवे स्केयर फाइंड कर सकते हो। तो इस तो पहला वाले मैथड नाल तुसी 2 डिजिट 3 डिजिट नंबर का भी स्केयर फाइंड कर सकते हो। थैंक्स। हाँ जी प्यारे बच्चों, प्यार भरी सत श्री अकाल। हाँ जी बच्चों, समर कैंप चल रहा अपना, एक समर कैंप लग्या सी अपना ते हुण अपना दूसरा समर कैंप स्टार्ट हो गया, जिस अज मैं तुहानू एक रेसिपी दिखाने जा रही हूँ, केक की रेसिपी। बहुत ही सौखे तरीके नाल घर दीयां चीज़ां नाल ही आपां बना लवांगे। वैसे तो देखो बच्चों, जिहड़ा बाजार च केक मिलदा वो मैदे दा बनिया हुंदा, ਆਪਾਂ ਅੱਜ ਮੈਦੇ ਦੀ ਵਰਤੋਂ ਨਹੀਂ ਕਰਾਂਗੇ। ਆਪਾਂ ਘਰ 'ਚ ਪਏ ਆਪਣੇ ਆਮ ਬਿਸਕੁਟਾਂ ਨਾਲ ਕੇਕ ਬਣਾਵਾਂਗੇ। ਉਹਦੇ ਵਾਸਤੇ ਸਾਨੂੰ ਕੀ ਕੀ ਚਾਹੀਦਾ ਉਹ ਦੇਖ ਲਈਏ ਆਪਾਂ। ਹਾਂਜੀ ਬੇਟਾ, ਮੇਰੇ ਕੋਲ ਇੱਕ ਬਿਸਕੁਟ ਹੈਗੇ ਪਾਰਲੇ ਜੀ ਦੇ 2 ਪੈਕ ਮੈਂ ਉਹ ਲਏ ਸੀ ਕਿ ਉਸ ਤੋਂ ਇਲਾਵਾ ਮੇਰੇ ਕੋਲ ਹੋਰ ਬਿਸਕੁਟ ਅਲੱਗ ਪਏ ਹੋਏ ਸੀ। ਇਹ ਮੈਂ ਟੋਟਲ 200 ਗ੍ਰਾਮ ਬਿਸਕੁਟ ਲਏ ਹੈ। ਕੇਕ 'ਚ ਪਾਉਣ ਲਈ ਕੇਕ ਟਿਨ ਲਿਆ ਮੇਰੇ ਕੋਲ ਪਿਆ ਹੋਇਆ। ਤੇ ਆਪਾਂ ਇਹਦੇ ਵਾਸਤੇ ਆਪਾਂ ਨੇ ਮਿੱਠਾ ਹੁੰਦਾ ਇਸ ਬਿਸਕੁਟਾਂ ਵਿੱਚ, ਇਸ ਕਰਕੇ ਆਪਾਂ ਮਿੱਠੇ ਦੀ ਘੱਟ ਵਰਤੋਂ ਕਰਾਂਗੇ। ਮੇਰੇ ਕੋਲ 4 ਚਮਚ ਚੀਨੀ ਤੇ ਇੱਕ ਇਨੋ ਦਾ ਪੈਕਟ ਤੇ ਆਪਾਂ 1 ਕੱਪ ਹਲਕਾ ਗਰਮ ਦੁੱਧ ਰੱਖਾਂਗੇ। ਹਲਕਾ ਗਰਮ ਤਾਂ ਬੱਚਿਓ ਆਪਾਂ ਠੰਡਾ ਦੁੱਧ ਨਹੀਂ ਮਿਕਸ ਕਰਨਾ ਹੈਗਾ, ਥੋੜਾ ਰੂਮ ਟੈਂਪਰੇਚਰ 'ਚ ਆਪਣੇ ਕੋਲ ਦੁੱਧ ਹੋਵੇ ਆਪਾਂ ਉਹਦੀ ਹੀ ਵਰਤੋਂ ਕਰਨੀ ਹੈ। ਸਭ ਤੋਂ ਪਹਿਲੇ ਆਪਾਂ ਬਿਸਕੁਟਸ ਨੂੰ ਆਪਾਂ ਕੱਢ ਕੇ ਆਪਾਂ ਮਿਕਸੀ ਦੇ ਇੱਕ ਜਾਰ ਵਿੱਚ ਪਾ ਲਈਏ। ਦੇਖੋ ਬੱਚਾ, ਆਪਾਂ ਇਹਨਾਂ ਨੂੰ ਰਫਲੀ ਹੱਥ ਨਾਲ ਕ੍ਰਸ਼ ਕਰਕੇ ਹੀ ਵਿੱਚ ਪਾ ਲਵਾਂਗੇ। ਹੁਣ ਆਪਾਂ ਇਹਨਾਂ ਨੂੰ ਮਿਕਸੀ ਵਿੱਚ ਕ੍ਰਸ਼ ਕਰਕੇ ਨਾ ਪਾਊਡਰ ਬਣਾ ਲੈਣਾ ਹੈ। एक बार जब अपना पाउडर जेवर नहीं बनता अपना, आप एक बार चेक करके दोबारा तो हिला के आप फिर इन्होंने मिक्स कर लेना।
देखो बेटा अपना ये पाउडर तैयार हो गया है। ਹੁਣ ਨਾ ਆਪਾਂ जार ਵਿੱਚ ਕੱਢ ਲੈਣਾ। ਹੁਣ ਆਪਾਂ ਬਾਕੀ ਦਾ ਸਮਾਨ ਹੌਲੀ ਹੌਲੀ ਕਰਕੇ ਪਾਵਾਂਗੇ ਇਸ ਵਿੱਚ। ਸਭ ਤੋਂ ਪਹਿਲੇ ਆਪਾਂ ਪਾਵਾਂਗੇ ਦੁੱਧ। ਦੁੱਧ ਨੂੰ ਆਪਾਂ ਬੇਟਾ ਥੋੜਾ ਥੋੜਾ ਕਰਕੇ ਪਾਣਾ ਤੇ ਨਾਲ ਨਾਲ ਇਹਨੂੰ ਆਪਾਂ ਮਿਕਸ ਕਰੀ ਜਾਣਾ। ਇਹਦੇ ਵਾਸਤੇ ਤੁਸੀਂ ਛੋਟੇ ਬੀਟਰ ਦੀ ਵਰਤੋਂ ਕਰ ਸਕਦੇ ਹੋ, ਜਿਹਦੇ ਨਾਲ ਕਿ ਆਸਾਨੀ ਨਾਲ ਮਿਕਸ ਹੋ ਜਾਏਗਾ ਤੇ ਲੰਪਸ ਨਹੀਂ ਬਣਨਗੇ। ਤੁਸੀਂ ਆਪਣੇ ਹਿਸਾਬ ਨਾਲ ਦੁੱਧ ਦੀ ਮਾਤਰਾ ਵਧਾ ਘਟਾ ਸਕਦੇ ਹੋ, ਕਿਉਂਕਿ ਜਦੋਂ ਇਹਦਾ ਆਪਣਾ ਬੈਟਰ ਆਪਾਂ ਨੇ ਮਿਕਸ ਕਰਨਾ ਹੈ, ਨਾ ਉਹ ਬਹੁਤ ਪਤਲਾ ਹੋਣਾ ਚਾਹੀਦਾ ਤੇ ਨਾ ਉਹ ਬਹੁਤ ਗਾੜਾ ਹੋਣਾ ਚਾਹੀਦਾ। जब तक बेटा अपना बैटर इधर आप मिक्स करते हैं उन्नी देर तक आप इधर जिस आपने केक बनाना है आप गैस से केक बनाना है। आप कुकर की वरतों की है, मेरे को कुकर है। कुकर नूं आपने 5 मिनट वास्ते प्री हीट करना, मीडियम सेक ते करना। आपने आवले टिन की वरतों की है। इस टिन नूं आपने विच रखण तो पहले इस विच आपां एक बेस बनाने वास्ते मेरे को एक प्लेट है, थोड़ी डूंगी ते साइडा तो ओपन वाल होनी चाहिए है, या फिर तुसी तुहाडे घर च कोई स्टैंड पे तुसी वो रख सकते हो। इहनूं आपां ने विच रख दित्ता। तां आपां इहनूं 5 मिनट वास्ते कुकर दे ढक्कण तो बिना ही प्लेट नाल ही गर्म होने वास्ते रख दित्ता। ਆਪਾਂ ਬੈਟਰ ਦੇ ਕੁੱਕਰ ਨੂੰ ਆਪਾਂ ਨੇ 5 ਮਿੰਟ ਵਾਸਤੇ ਪ੍ਰੀ ਹੀਟ ਕਰਨਾ, ਮੀਡੀਅਮ ਸੇਕ ਤੇ ਕਰਨਾ। ਆਪਾਂ ਨੇ ਆਵਲੇ ਟਿਨ ਦੀ ਵਰਤੋਂ ਕੀਤੀ ਹੈ। ਇਸ ਟਿਨ ਨੂੰ ਆਪਾਂ ਨੇ ਵਿੱਚ ਰੱਖਣ ਤੋਂ ਪਹਿਲੇ ਇਸ ਵਿੱਚ ਆਪਾਂ ਇੱਕ ਬੇਸ ਬਣਾਉਣ ਵਾਸਤੇ ਮੇਰੇ ਕੋਲ ਇੱਕ ਪਲੇਟ ਹੈ, ਥੋੜੀ ਡੂੰਗੀ ਤੇ ਸਾਈਡਾਂ ਤੋਂ ਓਪਨ ਵਾਲ ਹੋਣੀ ਚਾਹੀਦੀ ਹੈ, ਜਾਂ ਫਿਰ ਤੁਸੀਂ ਤੁਹਾਡੇ ਘਰ 'ਚ ਕੋਈ ਸਟੈਂਡ ਪਿਆ ਤੁਸੀਂ ਉਹ ਰੱਖ ਸਕਦੇ ਹੋ। ਇਹਨੂੰ ਆਪਾਂ ਨੇ ਵਿੱਚ ਰੱਖ ਦਿੱਤਾ। आप 5 मिनट वास्ते कुकर के ढक्कन तो बिना ही प्लेट नाल ही गर्म होने वास्ते रख दिता। आप बैटर देखिए आप। हाँ जी बच्चे अपना बैटर रेडी होने वाला है। हम अपना जो तुहानू लगे तुहाडा बैटर सारा मिक्स हो गया है, लास्ट विच जाके आप इनो की वरतों करनी है।
वैसे तो अपने बाजार के केक च बेटा बेकिंग पाउडर बेकिंग सोडे की वरतों की जाती है, पता है। हुण इस दौरान अपने घरां विच आपां ये चीज़ां आम नहीं बनाते, बेकिंग सोडा बेकिंग पाउडर अपने कोल नहीं है, तो आपां इनो की वरतों कर सकते हैं। इनो का एक पैक जिहड़ा आपां ने इहदे विच मिक्स करना है। ਹੁਣ ਮੈਨੂੰ ਪਤਾ ਮੇਰੇ ਬੈਟਰ 'ਚ ਹੁਣ ਲੰਪਸ ਨਹੀਂ ਹੈ। ਹੁਣ ਮੈਨੂੰ ਸਪੂਨ ਦੀ ਸਹਾਇਤਾ ਨਾਲ ਅੱਛੀ ਤਰ੍ਹਾਂ ਨਾਲ ਉੱਪਰ ਤੋਂ ਨੀਚੇ ਸਾਰਾ ਮਿਕਸ ਕਰ ਲਾਂਗੀ। किसी भी तरह के बिस्कुट की वरतों कर सकते बेटे। तुम कल्ले चॉकलेट्स वाले बिस्कुट का केक बना दोगे तो वह चॉकलेट फ्लेवर बन जाएगा। अगर तुहानू इस विच ही थोड़ा जिहा चॉकलेट का फ्लेवर चाहिए तो तुसी थोड़ी जी अद्धा चम्मच कॉफी की वरतों कर सकते हो, उस विच भी चॉकलेट का टेस्ट हुंदा है। कॉफी की वरतों ज़्यादा नहीं करनी क्योंकि वह बिना चीनी तो हुंदी है। इस तरह का बैटर होना चाहिए। साड़ा बैटर ऐसा करन ते आ रिबन बनना चाहिए। हुण अपना बैटर तैयार है। सब तो लास्ट आपां ने इनो पाना, उस तो पहला अपना जिहड़ा अपने टिन च आपां ने केक पाना, असीं इहनूं रिफाइंड ऑयल ना या कोई भी ऑयल जिहड़ा तुसीं घर च वरतदे हो तलण वास्ते, आपां उहदे नाल इहनूं पहले ऑयल सारा आपां ने साइडां तो उपर नीचे, ਤਾਂ ਜੋ ਜਦੋਂ ਆਪਾਂ ਕੇਕ ਬਣਨ ਤੋਂ ਬਾਅਦ ਆਪਾਂ ਨੇ ਬਾਹਰ ਨਿਕਾਲਣਾ ਹੈ ਤਾਂ ਉਹ ਆਪਣੇ ਬਰਤਨ ਦੇ ਨਾਲ ਚਿਪਕੇ ਨਾ। इसी बैटर च ਆਪਾਂ ਹੁਣ ਥੋੜਾ ਜਿਹਾ ਆਇਲ ਪਾਵਾਂਗੇ ਜਿਹਦੇ ਨਾਲ ਕਿ ਆਪਣਾ ਕੇਕ ਥੋੜਾ ਜਿਹਾ शाइनिंग ते ड्राई ना हो। इस आपां ने 4 चम्मच ऑयल पाना। तेनों आपां मिक्स कर लेना। ਹੁਣ ਆਪਾਂ ਇਨੋ ਦਾ ਪੈਕਟ ਪਾਵਾਂਗੇ ਇਹਦੇ ਵਿੱਚ। ਇਹ ਪੂਰਾ ਨਾਪ ਵਿੱਚ 1 ਚਮਚ ਹੁੰਦਾ ਹੈ। ਆਪਾਂ ਨੇ 1 ਹੀ ਚਮਚ ਪਾਣਾ ਹੈ 200 ਗ੍ਰਾਮ ਦੇ ਪਿੱਛੇ। ਅਗਰ ਆਪਣੇ ਕੋਲ ਬੇਕਿੰਗ ਪਾਊਡਰ ਘਰ 'ਚ ਪਿਆ ਹੋਇਆ ਹੈ ਤਾਂ ਆਪਾਂ 1.25 ਚਮਚ ਬੇਕਿੰਗ ਪਾਊਡਰ ਬੇਕਿੰਗ ਸੋਡੇ ਦੀ ਵਰਤੋਂ ਕਰ ਸਕਦੇ ਹਾਂ। ਇਨੋ ਪਾ ਕੇ ਆਪਾਂ ਉਹਦੇ ਉੱਪਰ ਥੋੜਾ ਜਿਹਾ ਦੁੱਧ ਪਾਵਾਂਗੇ ਤਾਂ ਜੋ ਇਹ ਐਕਟੀਵੇਟਡ ਜਲਦੀ ਹੋ ਜਾਏ। चंगी तरह ना मिक्स होना चाहिए। बिल्कुल बैटर पहले वांगू ही अपना दिखना चाहिए। इनो पाने नाल की अपना केक अच्छा फुलेगा ते फ्लफी बनेगा। इनो पाने तो बाद अपने ज़्यादा देर तक बैटर नहीं रखना, अपने टिन विच इहनूं पा देना। हुण अपना बैटर थोड़ा फ्लफी भी हो गया है ते उस तरह ही जितना मैं तुहानूं दसी कंसिस्टेंसी है रिबन बनना चाहिए।
ਹੁਣ ਆਪਾਂ ਇਹਨੂੰ ਟਿਨ ਨੂੰ ਥੋੜਾ ਜਿਹਾ ਟੈਪ ਕਰ ਲੈਣਾ ਤਾਂ ਜੋ ਇਹ 'ਚ ਬੱਬਲਸ ਨਾ ਰਹਿਣ ਤੇ ਸਾਰਾ ਇੱਕ ਸਾਥ ਹੋ ਜਾਵੇ। ਹੁਣ ਆਪਾਂ ਇੱਧਰ ਦੇਖ ਲਈ ਆਪਣਾ ਕੁੱਕਰ ਵੀ ਗਰਮ ਹੋ ਰਿਹਾ ਹੈ। देखो बेटा कुकर गर्म होएगा, बहुत ही ध्यान नाल आपां अपने इस तो बाद आपां कुकर ने बंद कर देना। केक नूं बनन विच अपना 40 तो 45 मिनट का टाइम लगेगा। आपां इहनूं विच तो ना ही छेड़ना है ना आपां खोल के चेक करना है ते बेटा इहदी सीटी नहीं होनी चाहिए पर आपां इहनूं रिमूव कर देना। बस सिर्फ आपां दा ध्यान रखना हैगा। ਆਪਾਂ ਨੇ ਸਿਮ ਤੇ ਰੱਖਿਆ ਸੀ, ਆਪਾਂ ਇਹਨਾਂ ਨੂੰ ਥੋੜਾ ਮੀਡੀਅਮ ਹਾਈ ਫਲੇਮ ਤੇ ਕਰ ਦਿੰਦੇ ਆ, ਹਲਕਾ ਜਿਹਾ ਮਿਡਲ 'ਚ, ਨਾ ਸਲੋ ਤੇ ਨਾ ਹਾਈ। ਆਪਾਂ ਇਹਨਾਂ ਨੂੰ ਹੁਣ 40 ਮਿੰਟ ਤੱਕ ਇਸ ਤਰ੍ਹਾਂ ਹੀ ਪਿਆ ਰਹਿਣ ਦੇਵਾਂਗੇ। 40 ਮਿੰਟ ਬਾਅਦ ਆਪਾਂ ਇਹਨੂੰ ਖੋਲ ਕੇ ਚੈੱਕ ਕਰਕੇ ਦੇਖ ਲਵਾਂਗੇ। ਹਾਂਜੀ ਬੇਟਾ ਆਪਣੇ ਹੁਣ 40 ਮਿੰਟ ਹੋ ਗਿਆ। ਆਪਾਂ ਹੁਣ ਕੁੱਕਰ ਨੂੰ ਖੋਲ ਕੇ ਦੇਖ ਲੈਂਦੇ ਹਾਂ। ਬੜੇ ਧਿਆਨ ਨਾਲ ਕੁੱਕਰ ਨੂੰ ਖੋਲਣਾ। ਹੁਣ ਆਪਾਂ ਕੇਕ ਨੂੰ ਚੈੱਕ ਕਰਾਂਗੇ ਚਾਕੂ ਦੀ ਸਹਾਇਤਾ ਨਾਲ। ਸਾਈਡਾਂ ਤੋਂ ਕੇਕ ਪਹਿਲਾਂ ਪੱਕਦਾ ਹੈ, ਮਿਡਲ ਤੋਂ ਬਾਅਦ ਚ ਪੱਕਦਾ। ਆਪਾਂ ਪਹਿਲੇ ਮਿਡਲ 'ਚ ਹੀ ਚੈੱਕ ਕਰਕੇ ਦੇਖਾਂਗੇ। अगर अपना चाकू बिल्कुल क्लीयर आता है इट मीनस अपना केक तैयार हो गया है। हुण आपां गैस नूं बंद कर देना, होर नहीं पकाना। आपां ने बड़े ही ध्यान नाल इहनूं आपां ने हुण बाहर निकालना ते थोड़ा ठंडा होण देना। ਇਹਨੂੰ ਆਪਾਂ ਹਜੇ ਨਹੀਂ ਨਿਕਾਲਣਾ। ਜਦੋਂ ਇਹ ਹਲਕਾ ਜਿਹਾ ਠੰਡਾ ਹੋ ਜਾਏਗਾ ਫਿਰ ਆਪਾਂ ਇਹਨੂੰ ਬਾਹਰ ਨਿਕਾਲਾਂਗੇ। ਅਗਰ ਆਪਾਂ ਇਹਨੂੰ ਹੁਣੇ ਗਰਮ ਨਿਕਾਲਾਂਗੇ ਇਹਦਾ ਟੁੱਟਣ ਦਾ ਡਰ ਹੁੰਦਾ ਹੈ। ਇਸ ਕਰਕੇ ਆਪਾਂ 5-10 ਮਿੰਟ ਦੀ ਵੇਟ ਤੋਂ ਬਾਅਦ ਇਹਨੂੰ ਆਪਾਂ ਡੀਮੋਲਡ ਕਰ ਲਾਂਗੇ, ਯਾਨੀ ਕਿ ਇਹਨੂੰ ਆਪਾਂ ਇਸ ਬਰਤਨ ਚੋਂ ਬਾਹਰ ਨਿਕਾਲ ਕੇ ਪਲੇਟ 'ਚ ਰੱਖ ਲਾਂਗੇ।